KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 19 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ। दुनिया भर च प्रोग्राम सुनने लिए विजिट करो साडी वैबसाइट radioindia.ca। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। शुभ सवेर। शुभ सवेर डॉक्टर साहब। ते अज वैसे लगदी भी शुभ है क्योंकि सूरज कोशिश कर रहा कि ਬੱਦਲਾਂ ਨੂੰ ਪਰੇ ਕਰਕੇ ਤਾਂ ਰੋਸ਼ਨੀ ਕੀਤੀ ਜਾਵੇ। ਹਾਂਜੀ, ਜਦੋਂ ਸਟੂਡੀਓ ਦੀ ਖਿੜਕੀ ਤੋਂ ਬਾਹਰ ਝਾਤ ਜੀ ਮਾਰਦੇ, ਜਦੋਂ ਧੁੱਪ ਆ ਜਾਂਦੀ ਆ, ਕਦੇ ਕਦੇ ਛਾਂ ਆ ਜਾਂਦੀ ਆ, ਸੂਰਜ ਵੀ ਨਾ ਲੁੱਕਣ ਮਿੱਟੀ ਜੀ ਖੇਡ ਰਿਹਾ ਮੈਨੂੰ ਲੱਗਦਾ। ਪਰ ਵੈਸੇ ਮੌਸਮ ਸੋਹਣਾ ਲੱਗ ਰਿਹਾ। ਤੇ ਵੈਸੇ ਹੁਣ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ ਸਿਆਸਤ ਦੀ। ਕੈਨੇਡਾ ਦੀ ਸਿਆਸਤ ਦੇ ਵਿੱਚ ਨਾ ਗਹਿਮੋ ਗਹਿਮੀ ਹੋ ਗਈ ਕੱਲ ਜਦੋਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਲੀਡਰਸ਼ਿਪ ਤੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਇਸ ਐਲਾਨ ਕਰਦੇ ਵਕਤ ਉਹਨਾਂ ਨੇ ਕਿਹਾ ਕਿ ਜਿਹੜਾ ਰਿਜ਼ਲਟ ਹੈਗਾ ਲੀਡਰਸ਼ਿਪ ਰਿਵਿਊ ਦਾ ਉਹਨਾਂ ਨੂੰ 51.4% ਸਮਰਥਨ ਵੈਸੇ ਮਿਲਿਆ। ਉਹ ਕਹਿੰਦੇ ਕਿ ਉਹਨਾਂ ਨੇ ਇਹ ਐਕਸਪੈਕਟ ਨਹੀਂ ਸੀ ਕੀਤਾ। ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਸੀ ਉਹ ਹੋਰ ਸੀ, ਕਾਫੀ ਜ਼ਿਆਦਾ ਸੀ। ਇਸ ਕਰਕੇ ਰਿਵਿਊ ਵਿੱਚ ਇਸ ਮਾਮੂਲੀ ਜਿੱਤ ਦੇ ਬਾਵਜੂਦ ਉਹਨਾਂ ਨੇ ਲੀਡਰਸ਼ਿਪ ਤਿਆਗਣ ਦਾ ਫਿਰ ਫੈਸਲਾ ਕੀਤਾ। ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? देखो 52.4% ਤੁਸੀਂ ਸਮਝ ਲਓ ਕਿ ਲੱਖ ਵੋਟਾਂ ਪਈਆਂ ਹੋਣ। 52,400 ਤੁਹਾਨੂੰ ਪਈਆਂ, 48,600 ਤੁਹਾਡੇ ਖਿਲਾਫ ਪਈਆਂ। ਇੱਕ ਕੈਂਡੀਡੇਟ ਨੂੰ ਜਿੱਤਣ ਲਈ ਕਾਫੀ ਆ, ਪਰ ਇੱਕ ਲੀਡਰ ਨੂੰ ਇਹਦਾ ਆਪਣੀ ਕੁਰਸੀ ਰੱਖਣੀ ਬਹੁਤ ਮੁਸ਼ਕਲ ਹੈ ਜੀ। ਤੁਹਾਡੇ ਖਿਲਾਫ 48,600 ਵੋਟਾਂ ਹੋਣ 1 ਲੱਖ ਦੇ ਵਿੱਚੋਂ, ਇਹ ਬਹੁਤ ਜ਼ਿਆਦਾ ਅੰਤਰ ਹੈ ਜੀ। ਤੇ ਦੂਸਰੀ ਗੱਲ ਹੈ ਵੀ ਉਹਨਾਂ ਨੇ ਕੋਸ਼ਿਸ਼ ਹਰ ਕੋਸ਼ਿਸ਼ ਕੀਤੀ। ਉਹਨਾਂ ਨੇ ਉਹ ਦਾਅ ਪੇਚ ਖੇਡੇ ਜਿਹੜੇ ਕੋਈ ਚਣਕਿਆ ਵੀ ਨਹੀਂ ਜਾਣਦਾ ਸੀ। ਸਾਰੇ ਹੱਥ ਕੰਡੇ ਅਪਣਾਏ ਉਹਨਾਂ ਨੇ। ਇੱਕ ਸਿਰਫ ਪੰਡਤਾਂ ਦੇ ਕੋਲ ਨਹੀਂ ਗਏ, ਸ਼ਾਇਦ ਗਏ ਵੀ ਹੋਣਗੇ, ਪਤਾ ਕੋਈ ਨਹੀਂ। ਹਾਂਜੀ। ਕਿ ਕੱਲ ਵਾਲਾ ਦਿਨ ਉਹਨਾਂ ਲਈ ਠੀਕ ਨਹੀਂ ਮਹਿਸੂਸ ਕੀਤਾ ਉਹਨਾਂ ਨੇ। ਹਾਂਜੀ। ਕਿ ਵੋਟ ਉਹਨਾਂ ਦੇ ਖਿਲਾਫ ਵੀ ਇੰਨੀ ਪੈ ਜਾਊਗੀ ਜੀ। ਉਹਨਾਂ ਨੇ ਵੋਟਿੰਗ ਚੇਂਜ ਕੀਤੀ। ਉਹਨਾਂ ਤੇ ਇਹ ਵੀ ਚਾਰਜ ਲੱਗੇ ਰਹੇ ਕਿ ਫਰਾਜੂਲੈਂਟ ਵੋਟਾਂ ਬਣਾਈਆਂ ਉਹਨਾਂ ਨੇ। ਹਾਂਜੀ। ਪਰ ਉਹਦੇ ਬਾਵਜੂਦ ਵੀ ਲੂਜ਼ ਕਰ ਗਏ ਜੀ। ਹੁਣ ਇਸ਼ੂ ਹੈਗੀ ਹੈ ਦੇਖਣ ਵਾਲੀ ਕਿ ਕੰਜ਼ਰਵੇਟਿਵ ਪਾਰਟੀਜ਼ ਦੇ ਵਿੱਚ ਇੱਥੇ ਅਲਬਰਟਾ 'ਚ ਕੀ ਹੋ ਰਿਹਾ ਔਰ ਨੈਸ਼ਨਲੀ ਕੀ ਹੋ ਰਿਹਾ। ਹਾਂਜੀ। ਅੱਜ ਐਡ ਫਾਸਟ ਨੇ ਆਪਣੇ ਕ੍ਰਿਟਿਕ ਦੇ ਅਹੁਦੇ ਤੋਂ ਰਿਜ਼ਾਈਨ ਕੀਤਾ ਹੈ ਜੀ। ਔਰ ਉਹਨਾਂ ਨੇ ਜੌਨ ਸ਼ਰੇ ਦੀ ਸਾਈਡ ਲਈ ਹੈ। ਹਾਂਜੀ। ਉਹਨਾਂ ਨੇ ਪੋਲੀਵਰ ਤੇ ਥੋੜੇ ਜਿਹੇ ਇਹ ਕਿਹਾ ਕਿ ਇਹ ਗਲਤ ਇਨਫੋਰਮੇਸ਼ਨ ਦੇ ਰਹੇ ਆ। ਉਹਦੇ ਖਿਲਾਫ ਮੈਂ ਤਾਂ ਹੀ ਬੋਲ ਸਕਦਾ ਜੇ ਮੈਂ ਆਪਣਾ ਕ੍ਰਿਟਿਕ ਦਾ ਅਹੁਦਾ ਛੱਡਾਂ। ਹਾਂਜੀ। ਕਿਉਂਕਿ ਪਾਰਟੀ ਦੇ ਵਿੱਚ ਜੇ ਕੋਈ ਆਲੋਚਕ ਸਭ ਥੱਪਿਆ ਆ ਨਾ ਪਾਰਟੀ ਨੇ ਹਾਊਸ ਆਫ ਕਾਮਨ 'ਚ, ਉਹਨੂੰ ਡਿਸਿਪਲਿਨ ਦੇ ਥੱਲੇ ਰਹਿਣਾ ਪੈਂਦਾ ਜੀ। ਹੁਣ ਉਹ ਆਜ਼ਾਦ ਹੋਣਗੇ ਉਸ ਅਹੁਦੇ ਤੋਂ ਤੇ ਉਹ ਕੁਝ ਵੀ ਬੋਲ ਸਕਦੇ ਜੀ। ਹੁਣ ਇਹਦੀਆਂ ਜਿਹੜੀਆਂ ਰੂਟਸ ਆ, ਜਿਹੜੀਆਂ ਜੜ੍ਹਾਂ ਆ ਇਸ ਲੜਾਈ ਦੀਆਂ ਨਾ, ਉਹ ਜਾਂਦੀਆਂ ਆ 1980ਵੀਆਂ ਦੇ ਵਿੱਚ। ਉਦੋਂ ਬ੍ਰਾਇਨ ਮਰੂਨੀ ਪ੍ਰਾਈਮ ਮਿਨਿਸਟਰ ਨੇ ਕੋਸ਼ਿਸ਼ ਕੀਤੀ ਸੀ। ਕਿਊਬੈਕ ਨੇ ਅਜੇ ਸਾਡੇ ਸੰਵਿਧਾਨ ਤੇ ਦਸਤਖਤ ਨਹੀਂ ਸੀ ਕੀਤੇ। ਉਹਨਾਂ ਨੇ ਕਿਹਾ ਕਿ ਤੁਸੀਂ ਕੀ ਚਾਹੁੰਦੇ ਆ। ਇੱਕ ਮੰਗ ਉਹਨਾਂ ਦੀ ਇਹ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਡਿਸਟਿੰਕਟ ਸੁਸਾਇਟੀ ਕਲੌਜ਼ ਸਾਡੇ ਸੰਵਿਧਾਨ ਦੇ ਵਿੱਚ ਪਾਈ ਜਾਵੇ। ਇਹਦਾ ਮਤਲਬ ਸੀ ਇੰਟਰਪ੍ਰੀਟਿਵ ਕਲੌਜ਼। ਜੇ ਮਤਲਬ ਜੱਜਸ ਦੇਖਣਗੇ ਕਿ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿਊਬੈਕ ਇਜ਼ ਅ ਡਿਸਟਿੰਕਟ ਸੁਸਾਇਟੀ, ਤਾਂ ਫਿਰ ਕੋਈ ਵੀ ਫੈਸਲਾ ਕਰਨਾ ਹੋਵੇ ਉਹਨਾਂ ਨੇ ਉਹ ਇਹਦੇ ਮੱਦੇਨਜ਼ਰ ਕਰਨਗੇ ਜੀ। ਉਹਦੇ ਖਿਲਾਫ, ਉਸ ਕਲੌਜ਼ ਦੇ ਖਿਲਾਫ ਵੈਸਟਰਨ ਕੈਨੇਡਾ 'ਚ ਖਾਸ ਤੌਰ ਤੇ, ਵੈਸੇ ਤਾਂ ਆਲ ਓਵਰ ਕੈਨੇਡਾ ਬੜੀ ਆਪੋਜੀਸ਼ਨ ਸੀ ਇੰਗਲਿਸ਼ ਗਰੁੱਪਸ ਦੀ ਖਾਸ ਤੌਰ ਤੇ, ਪਰ ਵੈਸਟਰਨ ਕੈਨੇਡਾ ਦੇ ਵਿੱਚ ਅਲਬਰਟਾ ਦੇ ਵਿੱਚ ਬਹੁਤ ਜ਼ਿਆਦਾ ਸੀ। ਇਹ ਕਹਿੰਦੇ ਸੀ ਕਿ ਕਿਊਬੈਕ ਨੂੰ ਤੁਸੀਂ ਡਿਸਟਿੰਕਟ ਸੁਸਾਇਟੀ ਕਿਉਂ ਕਹਿੰਦੇ ਆ।
ਹੁਣ ਉਹ ਡਿਸਟਿੰਕਟ ਆ ਦੂਸਰਿਆਂ ਨਾਲੋਂ, ਉਹ ਫ੍ਰੈਂਚ ਬੋਲਦੇ ਆ, ਅਸੀਂ ਇੰਗਲਿਸ਼ ਬੋਲਦੇ ਹਾਂ। ਉਹਨਾਂ ਦੇ ਕੋਲ ਸਿਵਲ ਕੋਡ ਅਲੱਗ ਆ, ਸਾਡੇ ਕੋਲ ਇੰਗਲਿਸ਼ ਕਾਮਨ ਲਾਅ ਹੈ। ਮਤਲਬ ਕਈ ਚੀਜ਼ਾਂ ਜਿਹੜੀਆਂ ਸਾਡੀਆਂ, ਉਹਨਾਂ ਦਾ ਕਲਚਰ ਅਲੱਗ ਹੈ, ਜਿਹੜੀਆਂ ਉਹਨਾਂ ਨੂੰ ਡਿਸਟਿੰਕਟ ਬਣਾਉਂਦੀਆਂ ਆ, ਐਕਚੁਅਲੀ ਬਿਲਕੁਲ ਵੱਖਰੇ ਬਣਾਉਂਦੀਆਂ। ਹਾਂਜੀ। ਤੇ ਕੋਈ ਮਾੜੀ ਗੱਲ ਨਹੀਂ ਕੀਤੀ ਬ੍ਰਾਇਨ ਮੂਨ ਨੇ ਵੈਸੇ, ਪਰ ਉਹਦੀ ਆਪੋਜੀਸ਼ਨ ਇੱਕ ਤਾਂ ਇਹ ਕਿਬੈਕ ਦੇ ਖਿਲਾਫ ਹੋਏ, ਦੂਸਰਾ ਉਹੀ ਬੰਦੇ ਇੱਕ ਇਮੀਗ੍ਰੇਸ਼ਨ ਦੇ ਖਿਲਾਫ ਸੀ ਤੇ ਮਲਟੀਕਲਚਰਲਿਜ਼ਮ ਦੇ ਖਿਲਾਫ ਸੀ। ਇਹ ਉਹ ਬੰਦੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਇੰਗਲਿਸ਼ ਕੈਨੇਡਾ ਹੀ ਰੱਖਣਾ ਹੈ, ਇੱਥੇ ਮਲਟੀਕਲਚਰਲਿਜ਼ਮ ਦਾ ਕੋਈ ਕੰਮ ਨਹੀਂ, ਬਹੁਤ ਸੱਭਿਆਚਾਰਕ ਨੀਤੀਆਂ ਨਹੀਂ ਹੋਣੀਆਂ ਚਾਹੀਦੀਆਂ ਜੀ। ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਇਹਨਾਂ ਦੀ ਕਿਸਮਤ ਚੰਗੀ ਸੀ ਇੱਦਾਂ ਦੇ ਨਸਲਵਾਦੀਆਂ ਬੰਦਿਆਂ ਦੀ, ਕਿ RCMP ਦੇ ਪਹਿਲਾ ਸਿੱਖ ਆਫੀਸਰ ਇੱਥੋਂ ਭਰਤੀ ਹੋਇਆ। ਉਹਨੇ ਕਿਉਂਕਿ ਸੰਵਿਧਾਨ ਦੇ ਵਿੱਚ ਸਾਡੇ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਆਪਣੇ ਧਾਰਮਿਕ ਚਿੰਨ੍ਹ ਪਾ ਕੇ ਕੋਈ ਵੀ ਜੌਬ ਕਰ ਸਕਦੇ ਹੋ। ਉਹਨੇ ਅਪਲਾਈ ਕੀਤਾ ਕਿ ਮੈਂ ਪੱਗ ਬੰਨਣੀ ਆ, ਮੈਂ ਟੋਪੀ ਨਹੀਂ ਲੈਣੀ। ਇਹਨਾਂ ਨੇ ਜਿਹੜੇ ਬੰਦੇ ਸੀ ਰਿਫਾਰਮ ਪਾਰਟੀ ਕਾਇਮ ਕੀਤੀ, ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਵਿੱਚੋਂ ਹੀ ਡਿਸਟਿੰਕਟ ਸੁਸਾਇਟੀ ਦੇ ਖਿਲਾਫ ਸੀ, ਔਰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਪਹਿਲਾਂ ਇਹ ਕੰਜ਼ਰਵੇਟਿਵ ਹੀ ਹੁੰਦੇ ਸੀ ਜੀ। ਜਿਹੜੀ ਉਲਟੀ ਪਾਰਟੀ ਬਣਾਈ ਇਹਨਾਂ ਨੇ, ਉਸ ਕੇਸ ਸੁਪਰੀਮ ਕੋਰਟ ਤਾਈਂ ਲੜਿਆ। ਇਹ ਦੱਸਿਆ ਗਿਆ ਕਿ ਨਹੀਂ, ਇਹਨੂੰ ਨਹੀਂ ਹੱਕ ਹੋਣਾ ਚਾਹੀਦਾ ਕਿ ਪੱਗ ਬੰਨ੍ਹ ਕੇ RCMP ਦੇ ਵਿੱਚ ਆਵੇ। ਸੁਪਰੀਮ ਕੋਰਟ ਨੇ ਬੜੀ ਦਲੀਲ ਨਾਲ ਗੱਲ ਸੁਣੀ ਉਹਨਾਂ ਦੀ, ਦੂਸਰੇ ਪਾਸੇ ਦੀ ਵੀ, ਕਿ ਪਹਿਲੀ ਤਾਂ ਗੱਲ ਕਿ ਸਾਡੇ RCMP ਤੋਂ ਪਹਿਲਾਂ ਨਾਰਥ ਵੈਸਟ ਫਰੰਟੀਅਰ ਪੁਲਿਸ ਹੁੰਦੀ ਸੀ, ਇਹਨਾਂ ਦੀਆਂ ਟੋਪੀਆਂ ਵੀ ਬਦਲੀਆਂ ਰਹੀਆਂ। ਇਹ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਇਹਨਾਂ ਦੀ ਪਿਛਲੇ 1000 ਸਾਲ 'ਚ ਟੋਪੀ ਨਹੀਂ ਬਦਲੀ ਜੀ। ਨਾਲੇ ਵੈਸੇ RCMP ਆਫੀਸਰ ਦਾ ਕੰਮ ਹੈਗਾ ਲਾਅ ਐਨਫੋਰਸਮੈਂਟ ਜੀ। ਉਹ ਸਿਰ ਤੇ ਕੀ ਬੰਨ੍ਹਦਾ ਆ, ਕੀ ਨਹੀਂ ਬੰਨ੍ਹਦਾ, ਉਹ ਗੰਜਾ ਆ, ਉਹਦੇ ਵਾਲ ਹੈਗੇ ਆ ਜਾਂ ਨਹੀਂ ਹੈਗੇ, ਇਹਦਾ ਕੋਈ ਫਰਕ ਨਹੀਂ। ਜਿੱਦਾਂ ਹੁਣ ਉੱਥੇ ਕਿਬੈਕ ਦੇ ਵਿੱਚ ਰੌਲਾ ਪਿਆ ਹੈ ਨਾ ਕਿ ਸਿੱਖ ਹੋ ਕੇ ਜਾਂ ਮੁਸਲਮਾਨ ਔਰਤ ਨੇ ਜੇ ਸਿਰ ਢੱਕਿਆ, ਉਹ ਕੈਮਿਸਟਰੀ ਟੀਚਰ ਨਹੀਂ ਬਣ ਸਕਦਾ। ਮਤਲਬ ਟੀਚਰ ਨੇ ਤਾਂ ਉਹ ਸਬਜੈਕਟ ਪੜ੍ਹਾਉਣਾ, ਹਾਂਜੀ, ਉਹਦੇ ਸਿਰ ਤੇ ਬੰਨਿਆ ਹੈ ਕੁਛ ਜਾਂ ਨਹੀਂ ਬੰਨਿਆ, ਇਹਦਾ ਕੋਈ ਮਤਲਬ ਨਹੀਂ ਜੀ। ਧਾਰਮਿਕ ਚਿੰਨ੍ਹਾਂ ਦੀ ਆਜ਼ਾਦੀ ਹੈਗੀ ਹੈ ਜੀ, ਬਿਲਕੁਲ। ਤੇ ਇਸ ਕਰਕੇ ਜਦੋਂ RCMP ਦੇ ਵਿੱਚ ਫੈਡਰਲ ਸਰਕਾਰ ਨੇ ਤਾਂ ਹੱਕ ਦੇ ਵਿੱਚ ਹੀ ਗੱਲ ਕੀਤੀ ਇਹਦੇ, ਪਰ ਇਹ ਰਿਫਾਰਮ ਪਾਰਟੀ ਵਾਲਿਆਂ ਨੇ ਉਹਦੇ ਵਿਰੋਧ 'ਚ, ਤੇ ਉਦੋਂ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਪੂਰੀ ਇਹਦਾ ਦੁਫਾੜ ਹੋਈ ਹੈ। 1993 'ਚ ਪਹਿਲੀ ਵਾਰੀ ਇਹਨਾਂ ਦੇ ਜ਼ਿਆਦਾ ਬੰਦੇ ਜਿੱਤ ਗਏ ਰਿਫਾਰਮ ਵਾਲਿਆਂ ਦੇ। ਜਿਹੜੀ ਓਲਡ ਕੰਜ਼ਰਵੇਟਿਵ ਪਾਰਟੀ ਹੁੰਦੀ ਸੀ, ਸਪੋਰਟ ਉਹਨਾਂ ਦੀ ਜ਼ਿਆਦਾ ਸੀ ਵੈਸੇ ਸਾਰੇ ਕੈਨੇਡਾ 'ਚ, ਪਰ ਬਦਕਿਸਮਤੀ ਹੈ ਨਾ, ਤੁਹਾਡੀ ਸਪੋਰਟ ਤਾਂ ਹੈਗੀ ਹੈ ਵਿਕਟੋਰੀਆ ਤੋਂ ਲੈ ਕੇ ਸੇਂਟ ਜੌਨ ਤਾਈਂ ਜੀ, ਤੇ ਉਹਨਾਂ ਦੀ ਸਪੋਰਟ ਸੀਗੀ ਇੱਥੇ ਅਲਬਰਟਾ ਤੇ BC ਦੇ ਵਿੱਚ, ਇਸ ਕਰਕੇ ਉਹ ਜ਼ਿਆਦਾ ਵੋਟਾਂ ਸੀਟਾਂ ਜਿੱਤ ਗਏ। ਸੋ ਉਸ ਜ਼ਮਾਨੇ ਤੋਂ ਲੈ ਕੇ ਅੱਜ ਤਾਈਂ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇਹ ਦੋ ਧੜੇ ਰਹੇ ਜੀ, ਇੱਕ ਨਸਲਵਾਦੀਆਂ ਦਾ, ਸੋਸ਼ਲ ਕੰਜ਼ਰਵੇਟਿਵ ਦਾ, ਜਿਹੜੇ ਹੈਗੇ ਆ ਸੋਸ਼ਲ ਇਸ਼ੂਜ਼ ਲੈਂਦੇ ਜ਼ਿਆਦਾ, ਡਿਵੋਰਸ਼ਨ ਦੀ ਇਸ਼ੂ ਤੇ ਲੈ ਲਓ, ਇਮੀਗ੍ਰੇਸ਼ਨ ਦੇ ਖਿਲਾਫ ਆ, ਮਲਟੀਕਲਚਰਲਿਜ਼ਮ ਦੇ ਖਿਲਾਫ। ਮਤਲਬ ਤੁਸੀਂ ਇਹ ਕਹਿ ਲਓ ਕਿ ਉਹ ਬੰਦੇ ਉਹ ਆ ਜਿਹੜੇ ਹਰ ਇੱਕ ਚੀਜ਼ ਦੇ ਖਿਲਾਫ ਹੀ ਆ ਜੀ, ਹੱਕ 'ਚ ਪਤਾ ਨਹੀਂ ਕਾਹਦੇ ਆ, ਹਰੇਕ ਚੀਜ਼ ਦੇ ਖਿਲਾਫ ਨੈਗੇਟਿਵ ਸਟੈਂਡ ਲੈਣਾ। ਤੇ ਇਹ ਕਦੇ ਜਿੱਤਦੇ ਨਹੀਂ ਸੀ। ਲਿਬਰਲ ਪਾਰਟੀ ਨੂੰ ਤਾਂ ਬਹੁਤ ਖੁਸ਼ੀ ਸੀ ਕਿ ਇਹਨਾਂ ਦੇ ਦੋ ਧੜੇ ਬਣ ਗਏ, ਵੱਡੀ ਪਈ ਹੋਈ ਹੈ। ਪਰ ਫਿਰ ਸਟੀਫਨ ਹਾਰਪਰ ਨੇ ਥੋੜੀ ਜਿਹੀ ਸ਼ੈਤਾਨੀ ਕੀਤੀ, ਉਹਨੇ ਇੱਕ ਪਾਰਟੀ ਬਣਾਤੀ ਇਹਨਾਂ ਦੀ ਪੀਟਰ ਮਕੇ ਦੇ ਨਾਲ ਰਲ ਕੇ, ਜਿਹਦਾ ਫਾਇਦਾ ਸਟੀਫਨ ਹਾਰਪਰ ਨੂੰ ਹੋਇਆ। ਮਕੇ ਨੂੰ ਕੁਛ ਨਹੀਂ ਮਿਲਿਆ, ਮਕੇ ਨੂੰ ਤਾਂ ਕੈਬਨਿਟ ਮਿਨਿਸਟਰ ਬਣਾਤਾ ਉਹਨੇ, ਹੋਰ ਕੁਛ ਨਹੀਂ ਮਿਲਿਆ ਉਹਨੂੰ। ਪਰ ਤੁਸੀਂ ਇੱਕ ਕਿਸਮ ਨਾਲ ਕਹਿ ਸਕਦੇ ਕਿ ਰਿਫਾਰਮ ਪਾਰਟੀ ਨੇ ਟੇਕ ਓਵਰ ਕਰ ਲਿਆ ਕੰਜ਼ਰਵੇਟਿਵ ਪਾਰਟੀ ਨੂੰ। ਕੰਜ਼ਰਵੇਟਿਵ ਪਾਰਟੀ ਉਹ ਪਾਰਟੀ ਆ ਜਿਹੜੀ ਸਭ ਤੋਂ ਓਲਡ ਪਾਰਟੀ ਹੈ, ਸਭ ਤੋਂ ਪੁਰਾਣੀ ਪਾਰਟੀ ਹੈ ਕੈਨੇਡਾ ਦੇ ਵਿੱਚ। 1854 'ਚ ਬਣੀ ਸੀ ਉਹ। ਇਹਨੂੰ ਪਹਿਲਾਂ ਕਹਿੰਦੇ ਸੀ ਲਿਬਰਲ ਕੰਜ਼ਰਵੇਟਿਵ ਪਾਰਟੀ, ਔਰ ਜੇ ਕੈਨੇਡਾ ਬਣਾਇਆ ਤਾਂ ਕੰਜ਼ਰਵੇਟਿਵ ਪਾਰਟੀ ਨੇ ਬਣਾਇਆ ਜੀ। ਜਦੋਂ ਪਹਿਲਾ ਹਿਊਮਨ ਰਾਈਟਸ ਐਕਟ ਲਿਆਂਦਾ ਕੈਨੇਡਾ ਦੇ ਵਿੱਚ, ਕੰਜ਼ਰਵੇਟਿਵ ਗਵਰਨਮੈਂਟ ਜੌਨ ਡੀ ਫਰਮੇਕਰ ਨੇ ਲਿਆਂਦਾ। ਪਹਿਲਾ ਬੰਦਾ ਗੈਰ ਗੋਰਾ, ਜਿਹਨੂੰ ਕਹਿੰਦੇ ਏਸ਼ੀਆ ਦਾ ਬੰਦਾ ਸੀ, ਜੇ MP ਬਣਿਆ ਤਾਂ ਕੰਜ਼ਰਵੇਟਿਵ ਪਾਰਟੀ ਦਾ ਬਣਿਆ ਇੱਥੋਂ
ਚਾਈਨੀਜ਼ ਕੈਨੇਡੀਅਨ ਸੀ ਵੈਨਕੂਵਰ ਤੋਂ। ਪਹਿਲੇ ਕੰਜ਼ਰਵੇਟਿਵ ਪਾਰਟੀ ਦੀ ਗੌਰਮੈਂਟ ਆ ਜਿਨ੍ਹਾਂ ਨੇ ਰੇਸ਼ੀਅਲ ਕੋਟਾ ਕੱਢਿਆ ਇਮੀਗ੍ਰੇਸ਼ਨ ਦੇ ਵਿੱਚੋਂ। ਇਹ ਵੀ ਜੌਨ ਡੀਫਨਬੇਕਰ ਨੇ ਕੱਢਿਆ ਸੀ। ਫਿਰ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ MP ਸੀ ਉਹਨੇ ਮਲਟੀਕਲਚਰਲਿਜ਼ਮ ਲਈ ਲੜਾਈ ਕੀਤੀ। ਇਹ ਟਰੂਡੋ ਨੇ ਨਹੀਂ ਲੈ ਕੇ ਆਂਦਾ ਸੀ, ਇਹ ਐਕਚੁਅਲੀ ਕੰਜ਼ਰਵੇਟਿਵ MP ਨੇ, ਉਹਦਾ ਨਾਂ ਸੀ ਜੂਜ਼ਿਕ, ਯੂਕਰੇਨੀਅਨ ਕੈਨੇਡੀਅਨ ਸੀ ਵੈਸੇ ਉਹ ਜੀ, ਉਹਨਾਂ ਦੀ ਵੀ ਗੱਲ ਕਰਾਂਗੇ ਕਿਤੇ। ਪਰ ਉਹਨਾਂ ਨੇ ਮਲਟੀਕਲਚਰਲਿਜ਼ਮ ਕੈਨੇਡਾ ਦੇ ਵਿੱਚ ਐਡਵੋਕੇਸੀ ਸ਼ੁਰੂ ਉਹਨਾਂ ਨੇ ਕੀਤੀ ਸੀ। ਬਾਅਦ ਦੇ ਵਿੱਚ ਚਲੋ ਇਹਨਾਂ ਦੀ ਸਰਕਾਰ ਸੀ, ਲਿਬਰਲ ਸਰਕਾਰ ਸੀ, ਤਾਂ ਇਹਨਾਂ ਨੇ ਮੰਨ ਲਈ ਉਹ ਗੱਲ, ਪਰ ਸ਼ੁਰੂ ਜਿਹੜੀ ਪੌਲ ਜੂਜ਼ਿਕ ਨੇ ਕੀਤੀ ਸੀ। ਫਿਰ ਸਭ ਤੋਂ ਜ਼ਿਆਦਾ ਉਸ ਜ਼ਮਾਨੇ ਦੇ ਵਿੱਚ ਜੇ ਇਮੀਗ੍ਰੇਸ਼ਨ ਇੱਥੇ ਆਈ ਆ ਤੇ ਕੰਜ਼ਰਵੇਟਿਵ ਬ੍ਰਾਇਨ ਮਰੂਨੀ ਦੇ ਅੰਡਰ ਆਈ ਆ ਜੀ। ਮਲਟੀਕਲਚਰ ਨੂੰ ਇੱਕ ਐਕਟ ਦੇ ਤੌਰ ਤੇ ਲੈ ਕੇ ਆਂਦਾ, ਇੰਪਲੋਇਮੈਂਟ ਐਕੁਇਟੀ ਬਣਾਈ ਉਹਨਾਂ ਨੇ। ਪਰ ਇਹਨਾਂ ਨੇ ਕਦੇ ਜਿਹੜੀ ਰਿਫਾਰਮ ਪਾਰਟੀ ਸੀ ਜਿਹੜੀ ਨਿਕਲ ਗਈ ਉਹਨਾਂ ਦੇ ਵਿੱਚੋਂ, ਉਹਨਾਂ ਨੇ ਬਿਲਕੁਲ ਨਸਲੀ ਗੋਰੇ ਜਿੰਨੇ ਵੀ ਹੋਏ ਜਿਹੜੇ ਨਫ਼ਰਤ ਕਰਦੇ ਸੀ ਇਮੀਗ੍ਰੈਂਟਸ ਨੂੰ, ਨਫ਼ਰਤ ਕਰਦੇ ਸੀ ਕਿਊਬੈਕ ਨੂੰ, ਉਹ ਸਾਰੇ ਇਕੱਠੇ ਕਰ ਲਏ। ਤੇ ਇਹ ਹਾਲਾਤ ਹੋਇਆ ਅਲਬਰਟਾ ਦੇ ਵਿੱਚ। ਹੁਣ ਜਦੋਂ ਦੋ ਪਾਰਟੀਆਂ ਬਣ ਗਈਆਂ ਉੱਥੇ, ਰੈੱਡ ਰੋਜ਼ ਪਾਰਟੀ ਉਹਨਾਂ ਦੀ ਰਿਫਾਰਮ ਵਾਲਿਆਂ ਦੀ, ਹਾਂਜੀ, ਤੇ ਓਲਡ ਕੰਜ਼ਰਵੇਟਿਵ ਪਾਰਟੀ। ਫਿਰ ਜੇਸਨ ਕੈਨੀ ਹੁਣਾਂ ਨੇ ਨਾਲ ਰਲ ਕੇ ਤੇ ਇਕੱਠੀ ਕਰ ਲਈ, UCP ਬਣਾ ਲਈ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ। ਹਾਂਜੀ, ਉਹਦੇ ਵਿੱਚ ਜਿਹੜਾ ਰਿਫਾਰਮ ਵਾਲਾ ਧੜਾ ਆ ਉਹ ਅੱਜ ਤਾਈਂ ਜੇਸਨ ਕੈਨੀ ਦੇ ਖਿਲਾਫ ਹੈ ਜੀ। ਜੇਸਨ ਕੈਨੀ ਵੈਸੇ ਦੋਏ ਪਲੇ ਕਰਦਾ। ਇਹ ਇੱਕ ਪਾਸੇ ਦਾ ਤੁਸੀਂ ਜੇ ਇੱਥੇ ਪੰਜਾਬੀ ਬਜ਼ੁਰਗ ਬੈਠੇ ਹੋਣਗੇ ਨਾ, ਬੜਾ ਚਲਾਕ ਬੰਦਾ ਹੈ, ਉਹਨਾਂ ਦੇ ਪੈਰੀਂ ਹੱਥ ਲਾ ਕੇ ਆਊਗਾ ਜੀ। ਦੂਸਰੇ ਪਾਸੇ ਉੱਦਾਂ ਦੇ ਕਾਨੂੰਨ ਜਿੱਦਾਂ ਸਿਟੀਜ਼ਨਸ਼ਿਪ ਐਕਟ ਲੈ ਕੇ ਆਇਆ ਸੀ, ਇਹਨਾਂ ਨੇ ਪਹਿਲੀ ਵਾਰੀ ਐਕਟ ਲੈ ਕੇ ਆਂਦਾ ਕਿ ਜੇ ਕੈਨੇਡਾ ਦੇ ਵਿੱਚ ਕੋਈ ਕੈਨੇਡੀਅਨ ਬੋਰਨ ਵੀ ਹੋਵੇ, ਮਤਲਬ ਪਹਿਲੀ ਜਨਰੇਸ਼ਨ ਦੀ ਗੱਲ ਨਹੀਂ ਹੈ, ਸੈਕੰਡ, ਥਰਡ, ਫੋਰਥ, ਫਿਫਥ, 5ਵੀਂ 6ਵੀਂ ਜਨਰੇਸ਼ਨ, ਭਾਵੇਂ ਉਹਦੇ ਪੇਰੈਂਟਸ 1700 ਦੇ ਇੱਥੇ ਆ ਕੇ ਬੈਠੇ ਹੋਣ, ਜੇ ਉਹ ਕੋਈ ਟੈਰਰਿਸਟ ਕ੍ਰਾਈਮ ਕਰਦਾ ਆ ਉਹਨੂੰ ਉਹਦੇ ਦੇਸ਼ ਦੇ ਵਿੱਚ ਭੇਜਿਆ ਜਾਊਗਾ ਜੇ ਉਹਦਾ ਦੇਸ਼ ਡਿਊਲ ਸਿਟੀਜ਼ਨਸ਼ਿਪ ਦਿੰਦਾ ਹੈ। ਹੁਣ ਕਈ ਯੂਰਪੀਅਨ ਮੁਲਕ ਵੀ ਵੈਸੇ ਦਿੰਦੇ ਆ, ਹਾਂਜੀ, ਪਰ ਵੈਸੇ ਟਾਰਗੇਟ ਜਿਹੜਾ ਕਰਦੇ ਸੀ ਮੁਸਲਿਮ ਕੰਟਰੀਜ਼ ਨੂੰ ਕਰਦੇ ਸੀ ਜੀ, ਕਿਉਂਕਿ ਮੁਸਲਮਾਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਟੈਰਰਿਸਟ ਹੋ। ਪਾਕਿਸਤਾਨ ਵਾਲੇ ਡਿਊਲ ਸਿਟੀਜ਼ਨਸ਼ਿਪ ਦਿੰਦੇ ਆ, ਸਾਡੀ ਤਾਂ ਇੰਡੀਆ ਵਾਲਿਆਂ ਦੀ ਤਾਂ ਨਕਲੀ ਆ ਨਾ, ਇਹ ਤਾਂ ਵੈਸੇ ਵੀਜ਼ਾ ਹੀ ਆ ਸਮਝ ਲਓ। ਹਾਂਜੀ, ਪਾਕਿਸਤਾਨ ਵਾਲੇ ਐਕਚੁਅਲੀ ਡਿਊਲ ਸਿਟੀਜ਼ਨਸ਼ਿਪ ਦਿੰਦੇ ਆ। ਸੋ ਉਹਨਾਂ ਦੇ ਬੱਚੇ ਨੂੰ ਜਿਹੜਾ ਇੱਥੋਂ ਦਾ ਜੰਮ ਪਲਿਆ ਉਹਨੂੰ ਤੁਸੀਂ ਪਾਕਿਸਤਾਨ ਭੇਜ ਦਿਓਗੇ, ਉਹਨੂੰ ਤੁਸੀਂ ਜਿਹੜੇ ਵੀ ਦੇਸ਼ ਚੋਂ ਆਏ ਜਿਹੜੇ ਦੇ ਵੀ ਡਿਊਲ ਸਿਟੀਜ਼ਨਸ਼ਿਪ ਹੈਗੀ ਆ, ਉਹ ਵੀ ਜੇਸਨ ਕੈਨੀ ਨੇ ਲੈ ਕੇ ਆਂਦਾ ਸੀ। ਹਾਂਜੀ, ਮੈਨੂੰ ਕੋਈ ਫੈਡਰਲ ਜੱਜ ਕਹਿੰਦਾ ਸੀ, ਕਹਿੰਦਾ ਮੈਂ ਸਭ ਤੋਂ ਮੂਰਖਤਾ ਵਾਲਾ ਲਾਅ ਆਹ ਦੇਖਿਆ, ਕਹਿੰਦਾ ਵੀ ਜਿੱਦਾਂ ਉਹਨੂੰ ਇੰਪਲੀਮੈਂਟ ਨਹੀਂ ਕਰ ਸਕਦੇ ਜੀ, ਪਤਾ ਸੀ ਸਾਰਿਆਂ ਨੂੰ ਪਤਾ ਹੈ। ਹਾਂਜੀ, ਪਰ ਨਸਲਵਾਦੀਆਂ ਨੂੰ ਖੁਸ਼ ਕਰਨ ਲਈ ਜੇਸਨ ਕੈਨੀ ਨੇ ਉਹ ਕਦਮ ਪੁੱਟ ਚੁੱਕਿਆ ਜੀ, ਤੇ ਅੱਜ ਉਹਨਾਂ ਨੇ ਇਹਦੀ ਲੀਡਰਸ਼ਿਪ ਕਦੋਂ ਕਰਦੀ ਜੀ। ਬਿਲਕੁਲ। ਤੇ ਵੈਸੇ ਵੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਹੁਣੇ ਮੈਂਸ਼ਨ ਕੀਤਾ ਸੀ ਕਿ ਜਿਹੜੀ ਪਹਿਲਾਂ ਵਾਈਲਡ ਰੋਜ਼ ਪਾਰਟੀ ਸੀ, ਹੁਣ ਜਿਵੇਂ ਲੀਡਰਸ਼ਿਪ ਲਈ ਦਾਅਵੇਦਾਰ ਹੋਣੇ ਤਾਂ ਦੋ ਨਾਂ ਹੁਣ ਸਾਹਮਣੇ ਆ ਰਹੇ ਆ, ਹਜੇ ਇਹਨਾਂ ਨੇ ਕੱਲ ਹੀ ਅਨਾਉਂਸ ਕੀਤਾ। ਤਾਂ ਜਿਹੜੇ ਸਾਬਕਾ ਵਾਈਲਡ ਰੋਜ਼ ਲੀਡਰ ਅਤੇ ਫੋਰਟ ਮੈਕਮਰੀ ਤੋਂ ਮੌਜੂਦਾ UCP MLA ਨੇ ਬ੍ਰਾਇਨ ਜੌਨ ਜੀ, ਹਾਂਜੀ, ਉਹਨਾਂ ਨੇ ਹੁਣ ਇੱਕ ਕਿਹਾ ਕਿ ਉਹ ਇੰਟਰਸਟਿਡ ਹੈਗੇ ਆ ਦਾਅਵੇਦਾਰੀ ਦੇ ਲਈ। ਤੇ ਇਸੇ ਤਰ੍ਹਾਂ ਇੱਕ ਹੋਰ ਨਾਮ ਵੀ ਸਾਹਮਣੇ ਆਇਆ ਡੇਨੀਅਲ ਸਮਿਥ ਦਾ। ਚਲੋ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਜੂਗਾ ਪਤਾ ਕਿ ਹੋਰ ਕਿਹੜੇ ਕਿਹੜੇ ਨਾਂ ਇਸ ਰੇਸ ਦੇ ਵਿੱਚ ਸਾਹਮਣੇ ਆਉਂਦੇ ਆ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਖਬਰਾਂ ਵੱਲ। ਤੇ ਜਿਹੜੀ ਅਗਲੀ ਖਬਰ ਹੈ ਇਹਦਾ ਸਬੰਧ ਹੈਗਾ ਵਿਕਟੋਰੀਆ ਦੇ ਨਾਲ। ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੀ ਆ, ਕੌਣ ਬਣੂਗਾ ਅਗਲਾ ਮੇਅਰ? ਮਿਊਨਿਸਪਲ ਜਿਹੜੀ ਸਿਆਸਤ ਹੈਗੀ ਆ ਗਰਮਾਈ ਪਈ ਆ। ਤੇ ਵਿਕਟੋਰੀਆ ਦੇ ਵਿੱਚ ਵੀ ਜਿਵੇਂ ਸਾਡੇ ਸਰੀ ਦੇ ਵਿੱਚ ਹੈਗਾ ਹੈ ਨਾ, ਮੇਅਰਲ ਇਲੈਕਸ਼ਨ ਨੂੰ ਲੈ ਕੇ ਕਾਫੀ ਗਹਿਮੋ ਗਹਿਮੀ ਜੀ ਬਣੀ ਰਹਿੰਦੀ ਆ, ਹਰ ਰੋਜ਼ ਆਪਾਂ ਦੇਖਦੇ ਆ, ਗੱਲਬਾਤ ਹੁੰਦੀ ਆ। ਇਸੇ ਤਰੀਕੇ ਦੇ ਨਾਲ ਹੁਣ ਵਿਕਟੋਰੀਆ ਦੇ ਵਿੱਚ ਵੀ ਦੋ ਨਾਂ ਉੱਭਰ ਕੇ ਸਾਹਮਣੇ ਆਏ ਆ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਤਾਂ ਸਾਹਮਣੇ ਆਉਂਦੀ ਹੈ, ਆਲੋਚਕ ਇਹ ਕਹਿ ਰਹੇ ਕਿ ਇਸ ਵਾਰ ਜਿਹੜੇ ਇਨਕੰਬੈਂਟ ਮੇਅਰ ਆ ਉਹਨਾਂ ਦਾ ਰੀ-ਇਲੈਕਟ ਹੋਣਾ ਮੁਸ਼ਕਲ ਹੈ। ਹਾਂਜੀ, ਪਰ ਵਿਕਟੋਰੀਆ ਵਾਲਿਆਂ ਨੂੰ ਇਹ ਗੱਲ ਸੌਖੀ ਆ
ਕਿਉਂਕਿ ਜਿਹੜੀ ਇਨਕੰਬੈਂਟ ਮੇਅਰ ਇਸ ਵੇਲੇ ਬੈਠੀ ਆ ਉਹਨੇ ਆਪ ਹੀ ਪਹਿਲਾਂ ਕਿਹਾ ਕਿ ਮੈਂ ਨਹੀਂ ਰਨ ਕਰਨਾ। ਹਾਂਜੀ। ਸੋ ਜਿਹੜੇ ਵੀ ਰਨ ਕਰਦੇ ਉਹਨਾਂ ਨੂੰ ਖੁਸ਼ੀ ਇਹ ਆ ਕਿ ਸਾਡੇ ਜਿੱਤਣ ਦੇ ਚਾਂਸ ਜ਼ਿਆਦਾ ਹੈ ਜੀ। ਦੋ ਨੇ ਕਾਉਂਸਲਰਸ ਨੇ ਅਜੇ ਕਿਹਾ ਵੀ ਅਸੀਂ ਲੜਾਂਗੇ। ਆਪਣੇ ਸ਼ਿਕਾਰ ਖੇਲਦੇ ਹੁੰਦੇ ਨਾ, ਸ਼ਿਕਾਰ ਖੇਲਣ ਲਈ 2 ਕੁੱਤੇ ਚਾਹੀਦੇ ਹੁੰਦੇ ਆ। ਹਾਂਜੀ। ਇੱਕ ਤਾਂ ਗ੍ਰੇ ਹੌਰਨ ਜਿਹਨੂੰ ਕਹਿੰਦੇ ਆ, ਜਿਹੜਾ ਬਹੁਤ ਤੇਜ਼ ਦੌੜਦਾ ਹੈ ਜੀ। ਇੱਕ ਹੁੰਦਾ ਕੁੱਤਾ ਜਿਹੜਾ ਖਰਗੋਸ਼ ਨੂੰ ਕੱਢ ਕੇ ਲਿਆਉਂਦਾ, ਜਿਹਨੂੰ ਖੁੰਦਾ ਕੁੱਤਾ ਕਹਿੰਦੇ ਹੁੰਦੇ। ਤੋ ਬਹੁਤੇ ਕੈਂਡੀਡੇਟਸ ਵੀ ਇੱਥੇ ਵਿਕਟੋਰੀਆ ਵੀ ਸਰੀ 'ਚ ਵੀ ਖੁੰਦੇ ਬਣ ਕੇ ਬੈਠੇ ਆ, ਕਿਸੇ ਨੂੰ ਦੱਸਣਾ ਨਹੀਂ ਜਿੰਨਾ ਚਿਰ ਹਜੇ ਇਲੈਕਸ਼ਨ ਲਾਗੇ ਨਹੀਂ ਆਉਂਦੀ। ਉਹਨਾਂ ਦੇ ਨਾਂ ਤਾਂ ਪਤਾ ਆ ਵੈਸੇ, ਪਰ ਅਜੇ ਤੱਕ ਦੱਸਦੇ ਨਹੀਂ। ਆਪਣੇ ਆਪਣੇ ਘੁਰਨਿਆਂ 'ਚ ਬੈਠੇ ਆ, ਹੌਲੀ ਹੌਲੀ ਬਾਹਰ ਆਉਣਗੇ। ਹੌਲੀ ਹੌਲੀ ਉਹ ਦੇਖਦੇ ਖਰਗੋਸ਼ ਸ਼ਾਇਦ ਬਾਹਰ ਆ ਜਾਵੇ ਨਾ। ਹਾਂਜੀ ਹਾਂਜੀ। ਫਿਰ ਅਸੀਂ ਆਪਣਾ ਨਾਂ ਅਨਾਉਂਸ ਕਰਾਂਗੇ। ਤੇ ਜਿਨ੍ਹਾਂ ਨੇ ਅਜੇ ਤਾਈਂ ਅਨਾਉਂਸ ਕਰਤਾ ਉਹਨਾਂ ਨੇ ਥੋੜੀ ਜਿਹੀ, ਸਾਂਝੂ ਕਹਿੰਦਾ ਹੁੰਦਾ ਸੀ ਵੀ ਜਿਹੜੇ ਵੀ ਫੌਜੀ ਆਪਣੇ ਮੈਦਾਨ ਦੇ ਵਿੱਚ ਪਹਿਲਾਂ ਚਲ ਜਾਂਦੇ ਆ ਉਹਨਾਂ ਦੇ ਜਿੱਤਣ ਦੇ ਜ਼ਿਆਦਾ ਚਾਂਸ ਹੁੰਦੇ ਆ। ਹਾਂਜੀ। ਅੱਛਾ, ਘੱਟ ਵੀ ਹੋ ਸਕਦਾ ਕਿਉਂਕਿ ਉਹਨਾਂ ਬਾਰੇ ਦੂਜਿਆਂ ਨੇ ਉਹਨਾਂ ਦੀ ਆਲੋਚਨਾ ਵੀ ਕਰਨੀ। ਹਾਂਜੀ। ਹੁਣ ਇਹ ਦੋਏ ਕਾਉਂਸਲਰ ਆ ਵਿਕਟੋਰੀਆ ਦੇ, ਇਹਨਾਂ ਦਾ ਰੈਕਡ ਫਰੋਲਣਗੇ, ਇੱਕ ਦੂਜੇ ਨੂੰ ਇਨਵੈਸਟੀਗੇਸ਼ਨ ਕਰਨਗੇ, ਇਹਨੇ ਕਦੋਂ ਕੀ ਕਿਹਾ ਸੀ। ਹਾਂਜੀ। ਇਹਨੇ ਇਸ ਗੱਲ ਤੇ ਇਦਾਂ ਵੋਟ ਪਾਈ ਸੀ, ਇਸ ਗੱਲ ਤੇ ਇਦਾਂ ਵੋਟ ਪਾਈ ਸੀ। ਸੋ ਘਾਟਾ ਵੀ ਹੋ ਸਕਦਾ ਪਰ ਨਫਾ ਵੀ ਹੋ ਸਕਦਾ ਕਿਉਂਕਿ ਉਹਨਾਂ ਦਾ ਨਾਂ ਆ ਹੀ ਜਾਣਾ ਹੁਣ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਕਿ ਇਹ ਜਿਹੜੇ ਲੋਕ ਆਪਣੇ ਨਾਂ ਦੀ ਅਨਾਉਂਸਮੈਂਟ ਕਰਦੇ ਨੇ ਉਦੋਂ ਬਹਿ ਕੇ ਆਈ ਥਿੰਕ ਉਹ ਆਪਣਾ ਹੋਮਵਰਕ ਚੈੱਕ ਕਰ ਰਹੇ ਹੁੰਦੇ ਆ ਚੀਜ਼ਾਂ ਨੂੰ। ਉਹਨਾਂ ਨੇ ਜਦੋਂ ਸਕ੍ਰਿਪਟ ਨਹੀਂ ਲਿਖੀ ਦੀ ਹੁੰਦੀ ਵੀ ਇਸ ਚੀਜ਼ ਨੂੰ ਆਪਾਂ ਕਿਸ ਸੰਦਰਭ ਦੇ ਵਿੱਚ ਵਰਤ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਓਨਟਾਰੀਓ ਇਲੈਕਸ਼ਨ ਦੀ। ਇੱਕ ਰਿਪੋਰਟ ਦੇ ਅਨੁਸਾਰ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ ਉਹਨੇ ਲੀਡ ਬਣਾਈ ਹੋਈ ਆ ਤੇ ਓਨਟਾਰੀਓ ਦੀ ਜਿਹੜੀ ਐਨਡੀਪੀ ਪਾਰਟੀ ਆ ਉਹਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਪਿਆ ਕਿ ਲੋਕਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਦਿਲ 'ਚੋਂ ਆਪਣੀ ਥਾਂ ਬਣਾ ਲੈਣ। ਪਰ ਜਿਹੜੀ ਗੱਲ ਆ ਉਹ ਕਿਸੇ ਨਾ ਤਣ ਪਤਣ ਲੱਗਦੀ ਨਹੀਂ ਹੈਗੀ ਇਸ ਰਿਪੋਰਟ ਦੇ ਹਿਸਾਬ ਦੇ ਨਾਲ। ਤੁਸੀਂ ਇਸ ਰਿਪੋਰਟ ਤੇ ਕੀ ਕਹਿਣਾ ਚਾਹੋਗੇ? ਦੇਖੋ, ਕਈ ਜਿਹੜੀਆਂ ਐਨਡੀਪੀ ਦੀਆਂ ਪਾਲਿਸੀਜ਼ ਆ ਉਹ ਤਾਂ ਵਧੀਆ ਪਾਲਿਸੀਜ਼ ਆ, ਲੋਕੀ ਪਸੰਦ ਵੀ ਕਰਦੇ ਆ, ਪਰ ਉਹਨਾਂ ਦਾ ਲੀਡਰ ਇੰਨਾ ਮਾੜਾ, ਕਈ ਵਾਰੀ ਲੀਡਰਸ਼ਿਪ ਤੁਹਾਨੂੰ ਡੋਬ ਲੈਂਦੀ ਹੈ। ਹਾਂਜੀ। ਪ੍ਰੀਮੀਅਰ ਦੇ ਖਿਲਾਫ ਹੈਲਥ ਕੇਅਰ ਦੇ ਦੌਰਾਨ, ਪੈਂਡੈਮਿਕ ਦੇ ਦੌਰਾਨ ਬਹੁਤ ਆਲੋਚਨਾ ਹੋਈ ਉਹਨਾਂ ਦੀ, ਪਰ ਜਿੱਤ ਹੋ ਰਹੇ ਆ ਕਿਉਂਕਿ ਉਹ ਬੋਲਣ ਨਹੀਂ ਚੰਗੇ। ਹਾਂਜੀ। ਡਗ ਫੋਰਡ ਜਿਹੜੇ ਆ ਉਹ ਬੜੇ ਅਟੈਕ ਕਰਦੇ ਆ, ਮਤਲਬ ਇਹਦਾ ਚੁੱਪ ਕਰਕੇ ਨਹੀਂ ਬੋਲਦੇ, ਕਈ ਬੋਲਦੇ ਆ ਹੌਲੀ ਹੌਲੀ ਜੋ ਲਿਖਿਆ ਉਹਨਾਂ ਹੀ ਬੋਲਣਾ। ਹਾਂਜੀ। ਉਹਨਾਂ ਨੇ ਬੋਲਣਾ ਹੁੰਦਾ ਬਿਨਾਂ ਦੇਖਿਓ ਔਰ ਹਰੇਕ ਤੇ ਛਿੱਲ ਲਾਉਣੀ ਉਹਨਾਂ ਨੇ ਪੂਰੀ ਜੀ। ਤਾਂ ਪੂਰੇ ਧੜੱਲੇ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਕਾਇਮ ਆ ਉਹਨਾਂ ਦੀ। ਤਾਂ ਇਸ ਕਰਕੇ ਤਕਰੀਬਨ ਜਿੰਨੇ ਵੀ ਪੋਲਸ ਆਉਂਦੇ ਆ 7-8% ਦਾ ਫਰਕ ਆ ਉਹਨਾਂ ਦਾ। ਲੋਕੀ ਇਹ ਕਹਿੰਦੇ ਕਿ ਅਸੀਂ ਪਾਲਿਸੀ ਤਾਂ ਐਨਡੀਪੀ ਦੀਆਂ ਪਸੰਦ ਕਰਦੇ ਹਾਂ ਪਰ ਲੀਡਰਸ਼ਿਪ ਅਸੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਕਰਦੇ ਹਾਂ। ਹਾਂਜੀ। ਤੇ ਇਹਦੇ ਵਿੱਚ ਫਿਰ ਸੋਚਣ ਵਾਲੀ ਗੱਲ ਹੈ ਐਨਡੀਪੀ ਨੂੰ ਕਿ ਤੁਸੀਂ ਮਾੜੇ ਲੀਡਰ ਚੁਣਨੇ ਆ ਤੇ ਤੁਹਾਡਾ ਆਹੀ ਹਾਲ ਹੋਣਾ। ਜੀ ਬਿਲਕੁਲ, ਲੀਡਰ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਡਾਕਟਰ ਸਾਹਿਬ, ਉਹਨੇ ਲੀਡ ਕਰਨਾ ਜੀ। ਤੇ ਡਾਕਟਰ ਸਾਹਿਬ ਹੁਣ ਗੱਲ ਕਰਦੇ ਆ ਆਪਾਂ ਰਸ਼ੀਆ ਦੀ। ਉਹਨਾਂ ਨੇ ਸੀਬੀਸੀ ਦੇ ਮਾਸਕੋ ਬਿਊਰੋ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਆ ਤੇ ਕੈਨੇਡਾ ਦੁਆਰਾ ਰੂਸੀ ਸਰਕਾਰੀ ਚੈਨਲ ਨੂੰ ਬੰਦ ਕਰਨ ਦੇ ਜਵਾਬ ਦੇ ਵਿੱਚ ਲੱਗਦਾ ਕਿ ਉਹਨਾਂ ਨੇ ਇਹ ਕਦਮ ਚੁੱਕਿਆ ਤੇ ਜਸਟਿਨ ਟਰੂਡੋ ਸਾਹਿਬ ਕਹਿੰਦੇ ਆ ਕਿ ਉਹ ਇਹਦੀ ਨਿਖੇਧੀ ਕਰਦੇ ਆ। ਇਹ ਤਾਂ ਸਰਾਸਰ ਕਹਿ ਲਓ ਕਿ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰ ਰਹੇ ਆ। ਜਦੋਂ ਇਹਨਾਂ ਨੇ ਬੰਦ ਕੀਤਾ ਸੀ ਰਸ਼ੀਅਨ ਟੀਵੀ ਤਾਂ ਉਦੋਂ ਨਹੀਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ। ਜੀ ਬਿਲਕੁਲ। ਕਿ ਟਰੂਡੋ ਦਾ ਦਿਮਾਗ ਹੀ ਇੰਨਾ ਖਰਾਬ ਹੋ ਚੁੱਕਾ ਕਿ ਉਹਨੂੰ ਚੇਤਾ ਹੀ ਨਹੀਂ ਰਹਿੰਦਾ। ਜੀ ਬਿਲਕੁਲ। ਜਦੋਂ ਤੁਸੀਂ ਕਰਦੇ ਆ ਬੰਦ ਅਗਲੇ ਦਾ ਟੀਵੀ, ਇਹਨੂੰ ਮੇਰੀ ਤਾਂ ਕ੍ਰਿਟਿਸਿਜ਼ਮ ਰਸ਼ੀਆ ਦੀ ਇਹ ਹੋ ਸਕਦੀ ਹੈ ਕਿ 2 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਸੀ। 2 ਮਹੀਨੇ ਹੋ ਗਏ ਇਹਨਾਂ ਨੂੰ ਬੰਦ ਕੀਤੇ। ਹਾਂਜੀ, 2 ਮਹੀਨੇ ਦਾ ਸਮਾਂ ਲਿਆ ਉਹਨਾਂ ਨੇ। ਰਾਈਟ, 2 ਮਹੀਨੇ ਉਹਨਾਂ ਨੇ ਜਿਹੜਾ ਸੀਬੀਸੀ ਆ ਕੈਨੇਡਾ ਦੇ ਵਿੱਚ, ਜਿੱਦਾਂ ਇੰਡੀਆ ਦੇ ਵਿੱਚ ਦੂਰਦਰਸ਼ਨ ਨਹੀਂ ਹੁੰਦਾ, ਹਾਂਜੀ, ਉਸੇ ਤਰ੍ਹਾਂ ਸਰਕਾਰ ਦਾ ਟੀਵੀ ਆ ਇਹ ਜੀ। ਸਰਕਾਰ ਪੈਸੇ ਦਿੰਦੀ ਹੈ। ਅੱਛਾ, ਫਿਰ ਜੋ ਸਰਕਾਰ ਕਹਿੰਦੀ ਹੈ ਉਹ ਹਮੇਸ਼ਾ ਇਹ ਉਹਦੇ ਹੱਕ 'ਚ ਬੋਲਦੇ ਆ। ਹਾਂਜੀ। ਇੰਡੀਆ ਦੇ ਵਿੱਚ ਨਹੀਂ ਦੇਖਦੇ ਤੁਸੀਂ, ਜੇ ਦੂਰਦਰਸ਼ਨ ਵਾਲਿਆਂ ਨੇ ਪ੍ਰਾਈਮ ਮਿਨਿਸਟਰ ਦੀ ਕਵਰੇਜ ਕਰਨੀ ਹੋਵੇ, 11 ਵਜੇ ਉਹਨੇ ਸਪੀਚ ਦੇਣੀ ਹੋਵੇ, ਇਹ 11 ਵਜੇ ਸ਼ੁਰੂ ਕਰ ਦਿੰਦੇ। ਹਾਲਾਂਕਿ ਉੱਥੇ ਉਹ ਪ੍ਰਾਈਮ ਮਿਨਿਸਟਰ ਪਹੁੰਚਿਆ ਨਹੀਂ ਹੁੰਦਾ, ਉਹ ਕੁਰਸੀਆਂ ਲਾਉਂਦੇ ਹੁੰਦੇ। ਹਾਂਜੀ।
ਫਿਰ ਉਹ ਦੂਰਦਰਸ਼ਨ ਤੇ ਤੁਹਾਨੂੰ ਘੰਟਾ ਉਹ ਦਿਖਾਦੇ ਰਹਿੰਦੇ ਕੁਰਸੀਆਂ ਕਿੱਦਾਂ ਲੱਗਦੀਆਂ। ਜੀ ਬਿਲਕੁਲ ਡਾਕਟਰ ਸਾਹਿਬ, ਇਹ CBC ਦਾ ਉਹ ਹਾਲ ਹੈ ਸਾਡੇ। ਜੀ ਬਿਲਕੁਲ, ਇਹਨਾਂ ਨੇ ਪਹਿਲਾਂ ਜਦੋਂ ਆਪ ਉਹਨਾਂ ਦਾ ਬੰਦ ਕੀਤਾ ਉਦੋਂ ਨਹੀਂ ਇਹਨਾਂ ਨੇ ਕੁਝ ਵੀ ਸੋਚਿਆ। ਉਹੀ ਹੈ ਨਾ, ਜਦੋਂ ਆਪਣੇ ਤੇ ਪੈਂਦੀ ਆ ਫਿਰ ਬੰਦੇ ਨੂੰ ਲੱਗਦਾ ਕਿ ਹਾਂ ਇਹ ਜਿਹੜੀ ਸੱਟ ਹੈਗੀ ਆ ਵੀ ਇਹਦਾ ਜਿਹੜਾ ਅਸਰ ਆ ਉਹ ਹੋਣਾ ਕਿਵੇਂ ਹੈਗਾ। ਕਹਿੰਦੇ ਨੇ ਗੁਆਂਢੀਆਂ ਦੇ ਲੱਗੀ ਬਸੰਤਰ, ਹਾਂਜੀ, ਘਰ ਨੂੰ ਲੱਗੀ ਅੱਗ। ਜੀ ਬਿਲਕੁਲ ਡਾਕਟਰ ਸਾਹਿਬ, ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਜਿਹੜੇ ਅਮਰੀਕੀ ਰਾਸ਼ਟਰਪਤੀ ਆ ਜੋ ਬਾਈਡਨ, ਉਹਨਾਂ ਦਾ ਪ੍ਰਸ਼ਾਸਨ ਨਾ ਹੁਣ ਦਿੱਲੀ ਨੂੰ ਇੱਕ ਫੌਜੀ ਸਹਾਇਤਾ ਪੈਕੇਜ ਦੀ ਪੇਸ਼ਕਸ਼ ਕਰਨ ਦੀ ਤਿਆਰੀ ਕਰ ਰਹੇ, ਉਹਦੇ ਤੇ ਉਹ ਵਰਕ ਕਰ ਰਹੇ ਆ, ਕਿਉਂਕਿ ਉਹ ਚਾਹੁੰਦੇ ਨਹੀਂ ਹੈਗੇ ਕਿ ਜਿਹੜੀ ਭਾਰਤ ਦੀ ਨਿਰਭਰਤਾ ਹੈਗੀ ਆ ਹਥਿਆਰਾਂ ਨੂੰ ਲੈ ਕੇ ਰੂਸ ਦੇ ਨਾਲ ਹੋਵੇ, ਜਾਂ ਫਿਰ ਭਾਰਤ ਦੀ ਜਿਹੜੀ ਨੇੜਤਾ ਉਹ ਰੂਸ ਦੇ ਨਾਲ ਹੋਵੇ। ਇੰਡੀਆ ਵਾਲੇ ਉਹਨਾਂ ਨੇ ਡਿਵਰਸਿਫਾਈ ਤਾਂ ਕੀਤੀ ਮਾਰਕੀਟ। ਪਹਿਲਾਂ ਤਾਂ ਅਸੀਂ ਹੁੰਦੇ ਸੀ ਪੂਰੇ ਡਿਪੈਂਡੈਂਟ ਰਸ਼ੀਅਨ ਹਥਿਆਰਾਂ ਤੇ। ਹੁਣ ਵੀ 50% ਤੋਂ ਜ਼ਿਆਦਾ ਹਥਿਆਰ ਜਿਹੜੇ ਆ ਉਹ ਰਸ਼ੀਆ ਵਾਲੇ ਦਿੰਦੇ ਸਨ। ਹਾਂਜੀ, ਉੱਥੇ ਫਰਾਂਸ ਤੋਂ ਵੀ ਲੈਂਦੇ ਆ, ਇੰਗਲੈਂਡ ਤੋਂ ਵੀ ਲੈਂਦੇ ਆ। ਹੁਣ ਜੇ ਕੋਸ਼ਿਸ਼ ਹੈਗੀ ਅਮਰੀਕਾ ਵਾਲਿਆਂ ਦੀ, ਕਿਉਂਕਿ ਅਸੀਂ ਹਥਿਆਰ ਵੀ ਲੈਂਦੇ, ਅਸੀਂ ਤੇਲ ਵੀ ਲੈਂਦੇ ਆ, ਅਸੀਂ ਗੈਸ ਵੀ ਲੈਂਦੇ ਉਹਨਾਂ ਤੋਂ। ਹੁਣ ਜਦੋਂ ਲੜਾਈ ਹੋਈ ਰਸ਼ੀਆ ਤੇ ਯੂਕਰੇਨ ਦੀ, ਜੇ ਸਿਕਿਉਰਿਟੀ ਕੌਂਸਲ ਦੇ ਵਿੱਚ ਜਾਂ ਜਨਰਲ ਅਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਆਏ ਆ, ਇੰਡੀਆ ਵਾਲਿਆਂ ਨੇ ਇਹ ਨਹੀਂ ਕਿਹਾ ਵੀ ਅਸੀਂ ਰਸ਼ੀਆ ਦੇ ਹੱਕ 'ਚ ਆ, ਨਾ ਉਹਨਾਂ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਹੱਕ 'ਚ। ਨਿਊਟਰਲ ਰਹੇ ਆ, ਉਹ ਨਿਊਟਰਲ ਰਹੇ ਆ। ਅਮਰੀਕਾ ਵਾਲੇ ਇਹ ਚਾਹੁੰਦੇ ਸੀ ਕਿ ਨਹੀਂ ਤੁਸੀਂ ਸਾਡੇ ਵੱਲ ਰਹੋ, ਤੁਸੀਂ ਯੂਕਰੇਨ ਦੀ ਸਪੋਰਟ ਕਰੋ। ਜੀ, ਕਹਿੰਦੇ ਵੀ ਸਾਨੂੰ ਦੱਸੋ ਇਹਦੇ ਵਿੱਚ ਕੀ ਫਾਇਦਾ। ਹਾਂਜੀ, ਸਾਡੇ ਤਾਂ ਰਸ਼ੀਆ ਦੇ ਨਾਲ ਸੰਬੰਧ ਠੀਕ ਹੈ। ਜੀ, ਅਸੀਂ ਤਾਂ ਉਹ ਗੱਲ ਤਾਂ ਉਹਨਾਂ ਨੇ ਵਧੀਆ ਕੀਤੀ। ਅਸੀਂ ਤਾਂ ਇਹ ਕਹਿੰਦੇ ਕਿ ਇਹਨਾਂ ਦੋਹਾਂ ਦੇ ਨਾ ਯੂਕਰੇਨ ਦੇ ਹੱਕ 'ਚ ਹੈ ਤੇ ਨਾ ਰਸ਼ੀਆ ਦੇ ਹੱਕ 'ਚ ਹੈ ਕਿ ਲੜਨ, ਸ਼ਾਂਤੀ ਹੋਣੀ ਚਾਹੀਦੀ। ਹਾਂਜੀ ਹਾਂਜੀ, ਜਦੋਂ ਪਹਿਲਾਂ ਇੱਕ ਵਾਰੀ IAEA ਬਣੀ ਹੈ ਨਾ, ਇੰਟਰਨੈਸ਼ਨਲ ਐਨਰਜੀ ਐਟੋਮਿਕ ਕਮਿਸ਼ਨ, ਤਾਂ ਉਸ ਵੇਲੇ ਇਸ਼ੂ ਸੀਗੀ ਵੀ ਨਿਊਕਲੀਅਰ ਹਥਿਆਰਾਂ ਤੇ ਕੀ ਪਾਬੰਦੀਆਂ ਲਾਉਣੀਆਂ ਚਾਹੀਦੀਆਂ। ਇੰਡੀਆ ਵਾਲਿਆਂ ਨੇ ਬੜਾ ਵਧੀਆ ਰੈਜ਼ੋਲੂਸ਼ਨ ਪੇਸ਼ ਕੀਤਾ, ਕਹਿੰਦੇ ਵੀ ਪਾਬੰਦੀਆਂ ਲਾਉਣ ਦੀ ਕੀ ਲੋੜ ਹੈ, ਤੁਸੀਂ ਬੰਦ ਹੀ ਕਰ ਦਿਓ, ਤਾਂ ਐਟੋਮਿਕ ਐਨਰਜੀ ਖਤਮ ਹੀ ਕਰ ਦਿਓ। ਜੀ, ਤੇ ਤੁਸੀਂ ਪਖੰਡਬਾਜ਼ ਕਰਨ ਲੱਗੇ ਆ ਕਿ ਪਹਿਲਾਂ ਤਾਂ ਅਮਰੀਕਾ ਵਾਲਿਆਂ ਦੇ ਕੋਲ ਸੀ, ਫਿਰ ਸੋਵੀਅਤ ਯੂਨੀਅਨ ਦੇ ਕੋਲ ਆ ਗਏ, ਫਿਰ ਇੰਗਲੈਂਡ ਵਾਲਿਆਂ ਦੇ ਕੋਲ ਆ ਗਏ, ਫਿਰ ਫਰਾਂਸ ਵਾਲਿਆਂ ਦੇ, ਹੁਣ ਚਾਈਨਾ ਵਾਲਿਆਂ ਦੇ, ਉਸ ਤੋਂ ਬਾਅਦ 6ਵਾਂ ਸੀ ਇੰਡੀਆ 1974 'ਚ ਧਮਾਕਾ ਕਰਨ ਵਾਲਾ। ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਪੈਣੀ ਇਹ ਸਭ ਕੁਛ ਦੀ, ਜੇ ਅਸੀਂ ਬੰਦ ਹੀ ਕਰ ਦਿੰਦੇ ਤਾਂ। ਜੀ, ਉਹਦੀ ਕਦੇ ਕੋਈ ਨਹੀਂ ਰਿਪੋਰਟ ਕਰਦਾ। ਇਹ ਕਹਿਣਗੇ ਕਿ ਇੰਡੀਆ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਹੈ। ਨਹੀਂ, ਇੰਡੀਆ ਵਾਲੇ ਉਹਨਾਂ ਦੇ ਹੱਕ 'ਚ ਨਹੀਂ ਹੈ। ਇੰਡੀਆ ਵਾਲੇ ਇਹੀ ਕਹਿੰਦੇ ਆ ਵੀ ਲੜਾਈ ਨਾ ਰਸ਼ੀਆ ਦੇ ਹੱਕ 'ਚ ਹੈ ਨਾ ਯੂਕਰੇਨ ਦੇ ਹੱਕ 'ਚ ਹੈ, ਇਹਨਾਂ ਨੂੰ ਸਮਝੌਤਾ ਕਰਨਾ ਚਾਹੀਦਾ, ਬੈਠਣਾ ਚਾਹੀਦੇ ਬਸ। ਜੀ, ਮੋਦੀ ਸਾਹਿਬ ਨੇ ਕਿਹਾ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਆ, ਲੜਾਈ ਬੰਦ ਹੋਣੀ ਚਾਹੀਦੀ ਆ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਵਾਈਟ ਹਾਊਸ ਦੇ ਨਾਲ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ। ਡਾਕਟਰ ਸਾਹਿਬ, ਮੁਕੱਦਮਾ ਤਾਂ ਹਜੇ ਚੱਲਿਆ ਹੀ ਨਹੀਂ, ਵਕੀਲ ਉਹਨਾਂ ਨੇ ਪਹਿਲਾਂ ਹੀ ਹਾਇਰ ਕਰ ਲਏ, ਮਤਲਬ ਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਨੂੰ ਵਕੀਲ ਦੀ ਜ਼ਰੂਰਤ ਪੈਣੀ ਆ। ਇਹ ਦੇਖੋ, ਪਹਿਲਾਂ ਕਿਆਸ ਰਾਈਆਂ ਲਾਈਆਂ ਜਦੋਂ ਅਬੋਰਸ਼ਨ ਦੀ ਇਸ਼ੂ ਲੀਕ ਹੋਈ ਸੀ ਸੁਪਰੀਮ ਕੋਰਟ ਦੇ ਵਿੱਚੋਂ, ਉਸ ਵੇਲੇ ਡੈਮੋਕ੍ਰੈਟਿਕ ਪਾਰਟੀ ਆਏ ਤਾਂ ਜੋ ਬਾਈਡਨ, ਇਹ ਇੰਨੀ ਇਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਕਿ ਇੱਕ ਇਸ਼ੂ ਮਿਲ ਗਈ ਸਾਨੂੰ। ਹਾਂਜੀ, ਉਦੋਂ ਬਾਅਦ ਜਿਹੜੇ ਪੋਲਸ ਆਏ ਇਹਨਾਂ ਦੇ ਕਰਾਏ, CNN ਨੇ ਕਰਾਇਆ, CNN ਇਹਨਾਂ ਦੇ ਹੱਕ ਦੇ ਵਿੱਚ ਆ। ਹਾਂਜੀ, ਔਰ ਸ਼ਰੇਆਮ ਹੱਕ ਦੇ ਵਿੱਚ ਉਹਨਾਂ ਨੇ ਕਰਾਇਆ ਕਿ ਲੋਕੀ ਕਹਿੰਦੇ ਕਿ ਭਾਵੇਂ ਕੋਈ ਵੀ ਇਸ਼ੂ ਹੋਵੇ, ਸਭ ਤੋਂ ਵੱਡੀ ਇਸ਼ੂ ਹੈਗੀ ਆ ਬਾਈਡਨਫਲੇਸ਼ਨ। ਜੀ, ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਸੀ ਵੀ ਕੋਈ ਵੀ ਇਸ਼ੂ ਬਾਈਡਨ ਨੂੰ ਨਹੀਂ ਬਚਾ ਸਕਦਾ। ਹੁਣ ਇਹਨਾਂ ਨੂੰ ਲੱਗਾ ਕਿ ਅਸੀਂ ਤਾਂ ਦੋਏ, ਪਹਿਲਾਂ ਕਹਿੰਦੇ ਸੀ ਵੀ ਸ਼ਾਇਦ ਇੱਕ ਸਦਨ ਲੂਜ਼ ਕਰਨਗੇ। ਹਾਂਜੀ, ਹਾਊਸ ਆਫ ਰੈਪਸ ਇਹਨਾਂ ਨੇ ਲੂਜ਼ ਕਰਨਾ ਹੀ ਸੀ। ਹੁਣ ਕਿਆਸ ਰਾਈਆਂ ਲਾ ਰਿਹਾ ਕਿ ਸੈਨੇਟ ਵੀ ਜਾਂਦੀ ਲੱਗਣੀ ਹੈ ਤੇ ਸਾਡੇ ਕੋਲੋਂ ਹਾਊਸ ਆਫ ਰੈਪਸ ਵੀ ਜਾਂਦੇ ਲੱਗਣੇ ਆ। ਕਿਆਸ ਰਾਈ ਆ, ਪਤਾ ਨਹੀਂ ਕੀ ਹੋਣਾ। ਅਜੇ ਨਵੰਬਰ ਦੇ ਵਿੱਚ ਵੋਟਾਂ ਬਣੀਆਂ, ਕਈ ਚੀਜ਼ਾਂ ਬਦਲ ਜਾਂਦੀਆਂ, ਜਿੱਦਾਂ ਹੁਣ ਨਵਜੋਤ ਸਿੱਧੂ ਜੇਲ੍ਹ ਚਲ ਗਿਆ। ਹਾਂਜੀ, 34 ਸਾਲਾਂ ਬਾਅਦ ਡਾਕਟਰ ਸਾਹਿਬ, ਕੀ ਪਤਾ ਹੁੰਦਾ ਮਿੰਟਾਂ ਦੇ ਵਿੱਚ ਕੀ ਹੋਣਾ ਹੁੰਦਾ। ਜੀ, ਪਰ ਤੁਸੀਂ ਇਹ ਦੇਖ ਲਓ ਵੀ ਚਲੋ ਵਕਤ ਦਾ ਤਾਂ ਕੁਝ ਪਤਾ ਨਹੀਂ, ਆਪਾਂ ਸਾਰੇ ਲੋਕ ਜਿਹੜੇ ਕ੍ਰਿਟਿਕਸ ਵੀ ਹੈਗੇ ਆ ਜਾਂ ਐਨਾਲਿਸਟ ਹੈਗੇ ਆ, ਉਹ ਕਿਆਸ ਰਾਈਆਂ ਲਾ ਰਹੇ ਆ, ਪਰ ਇਹ ਦੇਖੋ ਉਹਨਾਂ ਨੇ ਜਿਹੜਾ ਹਾਈ ਪ੍ਰੋਫਾਈਲ ਲਾਇਰ ਆ ਉਹਨੂੰ ਤਾਂ ਹਾਇਰ ਕਰ ਲਿਆ ਨਾ। ਉਹਨੂੰ ਪਹਿਲਾਂ ਉਹ ਸੀਗਾ ਵੈਟਰਨ ਅਫੇਅਰਸ ਦੇ ਵਿੱਚ, ਪਰ ਉਹ
ਪ੍ਰਾਈਵੇਟਲੀ ਪਹਿਲਾਂ ਜਿੱਦਾਂ ਇੱਥੇ ਰਿਚਰਡ ਪੈਕ ਆ, ਇਹਦਾ ਨਾਮ ਵੀ ਰਿਚਰਡ ਹੀ ਆ, ਰਿਚਰਡ ਸੋਬਰ। ਹਾਂਜੀ। ਇਹ ਵੀ ਬੜਾ ਬੰਬ ਆ, ਬੜਾ ਤਕੜਾ ਲਾਇਰ ਆ। ਹਾਂਜੀ। ਤੇ ਉਹਨਾਂ ਨੇ ਵੈਟਰਨ ਅਫੇਅਰਸ ਤੋਂ ਉਹਨੂੰ ਚੱਕ ਕੇ ਲਿਆ ਕੇ ਵਾਈਟ ਹਾਊਸ 'ਚ ਰੱਖ ਲਿਆ ਪਹਿਲਾਂ ਹੀ ਜੀ। ਮਤਲਬ ਉਹਨਾਂ ਨੇ ਪਹਿਲਾਂ ਹੀ ਆਪਣੀ ਸਿਕਿਉਰਿਟੀ ਰੱਖ ਲਈ ਆ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, 2 ਸਦਨ ਸਾਡੇ ਤੋਂ ਜਾਂਦੇ ਲੱਗਣੇ ਆ, ਜਿਹੜੇ ਮੁਕੱਦਮੇ ਹੁਣ ਅਸੀਂ ਟਰੰਪ ਤੇ ਕਰਦੇ ਆ ਨਾ, ਉਹੋ ਜਿਹੇ ਮੁਕੱਦਮੇ ਇਹਨਾਂ ਨੇ ਜੋ ਬਾਈਡਨ ਤੇ ਸ਼ੁਰੂ ਕਰ ਦੇਣੇ ਜੀ। ਬਿਲਕੁਲ। ਸੋ ਇਸ ਕਰਕੇ ਤਕੜਾ ਲਾਇਰ ਉਹਨਾਂ ਨੂੰ ਚਾਹੀਦਾ ਹੀ ਸੀ ਇਸ ਵੇਲੇ। ਤੇ ਮੇਰਾ ਖਿਆਲ ਹੋ ਸਕਦਾ ਰਿਚਰਡ ਪੈਕ ਨੂੰ ਵੀ ਲੈ ਜਾਣ ਉੱਥੇ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਫਰਾਂਸ ਨੇ ਯੂਕਰੇਨ ਦੇ ਦਾਅਵਿਆਂ ਤੋਂ ਐਲਾਨ ਕਰ ਦਿੱਤਾ। ਜਿਹੜੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਹੈਗੇ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਫਰਾਂਸ ਦੇ ਲੀਡਰ ਹੈਗੇ ਇਮੈਨੂਅਲ ਮੈਕਰੋਨ, ਉਹਨਾਂ ਨੇ ਰੂਸ ਦੇ ਨਾਲ ਟਕਰਾਅ ਨੂੰ ਖਤਮ ਕਰਨ ਲਈ ਉਹਨਾਂ ਨੂੰ ਕੁਝ ਸੋਵਰੇਨਟੀ ਜੋ ਛੱਡਣ ਦੀ ਅਪੀਲ ਕੀਤੀ ਸੀ, ਤੇ ਪਰ ਫਰਾਂਸ ਨੇ ਕਹਿ ਦਿੱਤਾ ਕਿ ਇਹੋ ਜਿਹੀ ਤਾਂ ਕੋਈ ਗੱਲ ਹੋਈ ਨਹੀਂ, ਇਹ ਤਾਂ ਸਰਾਸਰ ਝੂਠ ਹੈ। ਮੈਨੂੰ ਲੱਗਦਾ ਕਿ ਜ਼ੈਲੈਂਸਕੀ ਨੇ ਜਿੱਦਾਂ ਕੋਈ ਬੰਦਾ ਆਖਿਆ ਨਹੀਂ ਹੁੰਦਾ, ਉਹ ਸਾਰੇ ਗੁਆਂਢ ਨੂੰ ਗਾਲਾਂ ਕੱਢ ਕੇ ਆਉਂਦਾ ਕਈ ਵਾਰੀ। ਹਾਂਜੀ। ਤੇ ਉਹ ਅੱਜ ਕੱਲ੍ਹ ਸਾਰਿਆਂ ਨੂੰ ਗਾਲਾਂ ਕੱਢ ਰਹੇ। ਦੁਖੀ ਤਾਂ ਉਹ ਇਸ ਗੱਲ ਤੋਂ ਆ ਕਿ ਇੱਕ ਜ਼ਮਾਨੇ ਦੇ ਵਿੱਚ ਅਮਰੀਕਨਜ਼ ਔਰ ਯੂਰਪੀਅਨ ਯੂਨੀਅਨ ਵਾਲੇ ਕਹਿੰਦੇ ਹੁੰਦੇ ਸੀ ਤੁਸੀਂ ਨੇਟੋ ਦੀ ਐਪਲੀਕੇਸ਼ਨ ਕਰੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਹੁਣ ਖੜੇ ਕਿੱਥੇ ਆ ਇਹ? ਕਿਤੇ ਸਮਾਨ ਵੀ ਰਸ਼ੀਆ ਤੋਂ ਖਰੀਦੀ ਜਾਂਦੇ ਆ ਤੇ ਬਾਹਰ ਖੜੇ ਤਾੜੀਆਂ ਵੀ ਮਾਰੀ ਜਾਂਦੇ ਆ। ਹਾਂਜੀ। ਤੇ ਇਸ ਗੱਲ ਤੋਂ ਉਹ ਦੁਖੀ ਆ ਵੀ ਕੋਈ ਆਉਂਦਾ ਹੀ ਨਹੀਂ। ਵੈਸੇ ਦੁਖੀ ਤਾਂ ਉਹ ਨੈਟੋ ਤੋਂ ਵੀ ਹੈਗੇ ਸੀ ਬਹੁਤ, ਉਹਨਾਂ ਨੇ ਕਿੰਨਾ ਨਜਲਾ ਝਾੜਿਆ ਸੀ। ਉਹਨਾਂ ਨੇ ਸਾਰਿਆਂ ਤੇ ਨਜਲਾ ਝਾੜਿਆ। ਇੱਕ ਵਾਰੀ ਉਹਨੂੰ ਕਹਿੰਦੇ ਕਿ ਇੱਕ ਯੂਰਪੀਅਨ ਲੀਡਰ ਨੇ ਉਹਨਾਂ ਨੂੰ ਕਿਹਾ ਜਾਂ ਤਾਂ ਉਹਨਾਂ ਨੂੰ ਚਾਹੀਦਾ ਕਿ ਟੇਪ ਰੱਖਣ। ਫਿਰ ਜਦੋਂ ਯੂਰਪੀਅਨ ਲੀਡਰ ਉਹ ਕਹਿੰਦਾ ਕਿ ਮੈਂ ਤਾਂ ਕਿਹਾ ਹੀ ਨਹੀਂ, ਇਹ ਕਹਿੰਦੇ ਸੀ ਕਿ ਇਹ ਕਹਿੰਦਾ ਵੀ ਲੜਾਈ ਲੱਗੀ ਵੀ ਹੈ ਕਿ ਐਵੇਂ ਕਹੀ ਜਾਂਦੇ ਆ। ਹਾਂਜੀ। ਦੱਸੋ ਇਹ ਕੋਈ ਕਹਿ ਸਕਦਾ? ਵੈਸੇ ਜਾਂ ਤਾਂ ਕੋਲੋਂ ਹੀ ਬਣਾਈ ਜਾਂਦੇ ਆ ਜਾਂ ਉਹਨਾਂ ਨੂੰ ਵਾਕਈ ਕਿਸੇ ਨੇ ਕਹਿਤਾ ਹੋਣਾ, ਪੀ ਕੇ ਕਹਿਤਾ ਹੋ। ਹੁਣ ਜਿਹੜੀ ਫਰਾਂਸ ਵਾਲਿਆਂ ਦੀ ਗੱਲ ਆ, ਇਹ ਜ਼ੈਲੈਂਸਕੀ ਨੇ ਕਿਹਾ ਕਿ ਫ੍ਰੈਂਚ ਪ੍ਰੈਜ਼ੀਡੈਂਟ ਨੇ ਮੈਨੂੰ ਕਿਹਾ ਕਿ ਕੁਝ ਇਲਾਕੇ ਦੇ ਦਿਓ, ਛੱਡੋ ਪਰੇ ਖੜਾ। ਹਾਂਜੀ। ਤੇ ਸ਼ਾਂਤੀ ਕਰੋ ਜੀ। ਤੇ ਉਹ ਫ੍ਰੈਂਚ ਪ੍ਰੈਜ਼ੀਡੈਂਟ ਕਹਿੰਦੇ ਮੈਂ ਕਦੇ ਕਿਹਾ ਹੀ ਨਹੀਂ। ਹਾਂਜੀ। ਹੁਣ ਦੇਖੋ ਵੀ ਝੂਠ ਕੌਣ ਬੋਲ ਰਿਹਾ? ਦੋਏ ਸ਼ਾਇਦ ਬੋਲਦੇ ਹੋ ਜੀ। ਬਿਲਕੁਲ, ਬਿਕਾਜ਼ ਉਹਨਾਂ ਨੇ ਤਾਂ ਕਹਿਤਾ ਕਿ ਸਾਡੀ ਤਾਂ ਇਹੋ ਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ, ਪਰ ਉਧਰੋਂ ਜ਼ੈਲੈਂਸਕੀ ਨੇ ਪੂਰੀ ਕਹਿ ਲਓ ਕਿ ਕੌਨਫੀਡੈਂਸ ਦੇ ਨਾਲ ਕਿਹਾ ਕਿ ਗੱਲਬਾਤ ਹੋਈ ਸੀ। ਤਾਂ ਦੇਖੋ ਉਹਨੇ ਡਿਟੇਲ ਵੀ ਦਿੱਤੀ ਹੈ ਨਾ ਕਿ ਕੁਝ ਇਲਾਕਿਆਂ ਦੀ ਗੱਲ ਹੋਈ ਸੀ, ਇਹਨਾਂ ਨੇ ਕੁਝ ਇਲਾਕਿਆਂ ਦੀ ਗੱਲ ਕਹੀ। ਉਹਨਾਂ ਨੇ ਇਹ ਕਹਿੰਦੇ ਕਿ ਇਹਨਾਂ ਨੇ ਕਿਹਾ ਸੀ ਦਨਬਾਸ ਦਾ ਇਲਾਕਾ ਜਿੱਥੇ ਉਹ ਰਸ਼ੀਅਨ ਮੈਜੋਰਟੀ ਰਹਿੰਦੀ ਹੈ ਤੇ ਕ੍ਰਾਈਮੀਆ, ਇਹ ਦੇ ਦਿਓ। ਕਹਿੰਦੇ ਇਹ ਮੰਗਦੇ ਆ ਰਸ਼ੀਆ ਵਾਲੇ, ਤੇ ਲੈ ਤਾਂ ਉਹਨਾਂ ਨੇ ਲੈਣਾ ਹੀ ਆ ਉਹ ਜੀ। ਬੇਸਿਕਲੀ ਉਹ ਉਹਨਾਂ ਦੇ ਕਬਜ਼ੇ ਦੇ ਵਿੱਚ ਹੀ ਆ। ਹਾਂਜੀ। ਤੇ ਮੰਨ ਜਾਓ ਹੁਣ ਸੋਵਰਨਟੀ ਤੁਸੀਂ ਕਹੋ ਤੁਹਾਡੀ ਆ, ਕੋਈ ਗੱਲ ਨਹੀਂ। ਹਾਂਜੀ। ਤੇ ਮੈਕਰੋਨ ਕਹਿ ਰਿਹਾ ਕਿ ਮੈਂ ਕਿਹਾ ਹੀ ਨਹੀਂ। ਹਾਂਜੀ। ਉਹ ਕਹਿੰਦੇ ਮੇਰੀ ਤਾਂ ਕੋਈ ਇਹੋ ਜਿਹੀ ਗੱਲਬਾਤ ਹੋਈ ਹੋਈ ਨਹੀਂ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। JP Morgan ਅਨੁਸਾਰ ਰਸ਼ੀਆ ਦੀ ਜਿਹੜੀ ਇਕਾਨਮੀ ਹੈ ਨਾ, ਉਮੀਦ ਤੋਂ ਵੀ ਜ਼ਿਆਦਾ ਉਹ ਸਟਰੋਂਗ ਆ। ਵਾਲ ਸਟਰੀਟ ਬੈਂਕ ਨੇ ਕਿਹਾ ਕਿ ਸੈਂਕਸ਼ਨਜ਼ ਦਾ ਰਸ਼ੀਆ ਦੀ ਇਕਾਨਮੀ ਤੇ ਕੋਈ ਪ੍ਰਭਾਵ ਹੀ ਨਹੀਂ ਪਿਆ। ਅਸੀਂ ਹਰ ਰੋਜ਼ ਸੈਂਕਸ਼ਨ ਦੀ ਗੱਲ ਕਰਦੇ ਨਾ। ਹਾਂਜੀ। ਇਹ ਸੈਂਕਸ਼ਨ ਕਹਿਣ ਵਾਲਾ ਹੀ ਆ ਜੀ। ਜੋ ਵੀ ਚੀਜ਼ ਚਾਹੀਦੀ ਹੈ ਜਿਹਨੂੰ ਉਹ ਲਈ ਜਾਂਦਾ ਹੈ। ਹਾਂਜੀ। ਹੁਣ ਐਡਾ ਵੱਡਾ ਦੇਸ਼ ਆ ਜਿਹਦੇ ਵਿੱਚ 11 ਟਾਈਮ ਜ਼ੋਨ ਆ ਜੀ। ਇੱਕ ਪਾਸੇ ਸੂਰਜ ਚੜ ਜਾਂਦਾ, ਦੂਸਰੇ ਪਾਸੇ ਸੂਰਜ ਛੁਪ ਜਾਂਦਾ ਜੀ। ਤਾਂ ਉਹਨਾਂ ਦੇ ਕੋਲ ਅੰਤਾਂ ਦਾ ਗੈਸ ਆ, ਅੰਤਾਂ ਦੇ ਨੈਚੁਰਲ ਰਿਸੋਰਸਸ ਆ, ਜਿਹੜੇ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹੁੰਦੇ ਕੁਦਰਤੀ ਸਰੋਤ ਆ ਜਿਹੜੇ। ਹਾਂਜੀ। ਖਣਿਜ ਪਦਾਰਥ ਜਿਹਨਾਂ ਨੂੰ ਕਹਿੰਦੇ। ਹਾਂਜੀ। ਹੁਣ ਹਰ ਇੱਕ ਇੰਡਸਟਰੀਅਲਾਈਜ਼ਡ ਮੁਲਕ ਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਜੀ। ਤੇ ਇਹਨਾਂ ਦਾ ਭੰਡਾਰ ਹੈਗਾ ਰਸ਼ੀਆ ਦੇ ਕੋਲ। ਬਿਲਕੁਲ। ਤੇ ਉਹ ਲਈ ਵੀ ਜਾਂਦੇ ਆ ਤੇ ਉੱਤੋਂ ਬੋਲੀ ਵੀ ਜਾਂਦੇ ਆ, ਕਹੀ ਵੀ ਜਾਂਦੇ ਆ ਅਸੀਂ ਤਾਂ ਯੂਕਰੇਨ ਨਾਲ ਖੜੇ ਆ, ਅਸੀਂ ਯੂਕਰੇਨ ਨਾਲ ਖੜੇ ਆ। ਤੇ ਉਹਨਾਂ ਦੀ ਇਕਨੋਮੀ ਐਕਚੁਅਲੀ ਤਕੜੀ ਹੋਈ ਜਾਂਦੀ ਹੈ। ਹਾਂਜੀ। ਤੁਸੀਂ ਦੇਖਿਆ ਉਹਨਾਂ ਦਾ ਰੂਬਲ ਤਾਂ ਚੜ ਗਿਆ, ਕਿੰਨਾ ਸਟਰੋਂਗ ਹੋਇਆ। ਫਿਰ ਉਹਨਾਂ ਦਾ ਤੇਲ ਜਿਹੜਾ ਸੀ ਕਹਿੰਦੇ ਸੀ ਬੰਦ ਕਰਨਾ, ਉਹ ਡੇਢ ਹੀ ਉਹਨਾਂ ਦੀ ਐਕਸਪੋਰਟ ਹੋ ਗਈ ਹੈ ਜੀ। ਤੇ ਜੇ ਉਹ ਸੈਂਕਸ਼ਨ ਦੇ ਨਾਲ ਇਦਾਂ ਹੋ ਜਾਂਦਾ ਹੈ
ਤੁਸੀਂ ਸੋਚੋ ਵੀ ਜੇ ਨਾ ਸੈਂਕਸ਼ਨ ਲਾਏ ਹੋਣ ਤਾਂ ਫੇਰ ਕੀ ਹੋ ਜਵੇ। ਜੀ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ। ਜਿਹੜੀਆਂ ਸੈਂਕਸ਼ਨਸ ਦਾ ਇਹਨਾਂ ਨੇ ਰੌਲਾ ਪਾਇਆ, ਵੈਸੇ ਜਦੋਂ ਕਿਸੇ ਮੀਡੀਆ ਦੇ ਵਿੱਚ ਖਬਰ ਆਉਂਦੀ ਆ ਕਿ ਹੁਣ ਕੈਨੇਡਾ ਨੇ ਆਹ ਵਾਲੀਆਂ ਸੈਂਕਸ਼ਨਸ ਲਾਤੀਆਂ, ਆਮ ਲੋਕ ਤਾਂ ਇਹ ਸੋਚਦੇ ਆ ਕਿ ਹੁਣ ਸੈਂਕਸ਼ਨਸ ਲੱਗ ਗਈਆਂ, ਪਤਾ ਨਹੀਂ ਹੁਣ ਕੀ ਹੋ ਜਾਣਾ, ਪਰ ਇਹ ਸੈਂਕਸ਼ਨਸ ਉਹੀ ਲਾਉਂਦੇ ਜਿਹੜੀਆਂ ਇਹਨਾਂ ਦੇ ਫਾਇਦੇ ਦੀਆਂ ਹੁੰਦੀਆਂ ਨੇ। ਆ ਰਿਪੋਰਟ ਜਿਹੜੀ ਆ ਇਹ ਵੀ ਨਿਊਯਾਰਕ ਵਾਲਿਆਂ ਨੇ ਦਿੱਤੀ ਹੈ। ਹਾਂਜੀ, ਜਾਂ ਤਾਂ ਕਵੇ ਰਸ਼ੀਆ ਵਾਲੇ ਕਹਿੰਦੇ ਆ, ਇਹ ਨਿਊਯਾਰਕ ਵਾਲੇ ਕਹਿੰਦੇ ਆ। ਹਾਂਜੀ, ਆਪ ਖੁਦ ਮੰਨਦੇ ਆ ਕਿ ਜਿਹੜੇ ਅਸੀਂ ਸੈਂਕਸ਼ਨ ਲਾਏ ਆ ਉਹ ਕੰਮ ਨਹੀਂ ਕਰਦੇ, ਔਰ ਲੋਕੀ ਤਾਂ ਹੀ ਯਕੀਨ ਕਰਦੇ ਆ ਕਿ ਉਹ ਸੈਂਕਸ਼ਨ ਉਹਨਾਂ ਨੂੰ ਤਾਂ ਕੁਝ ਨਹੀਂ ਕਰਦੇ, ਸਾਨੂੰ ਕੁਝ ਕਰ ਰਹੇ ਜੀ। ਇੱਥੇ ਜ਼ਿਆਦਾ ਪ੍ਰਭਾਵ ਪੈਂਦਾ। ਵੈਸੇ ਵੀ JP Morgan ਵਾਲਿਆਂ ਨੇ ਆਪਣੇ ਕਲਾਇੰਟਸ ਨੂੰ ਨੋਟ ਲਿਖ ਕੇ ਇਹ ਦੱਸਿਆ ਸਾਰਾ ਕੁਝ, ਉਸ ਤੋਂ ਬਾਅਦ ਇਹਨਾਂ ਨੇ ਪਬਲਿਕ ਕੀਤਾ। ਹਾਂ, ਉਹ ਇਨਵੈਸਟਮੈਂਟ ਫਰਮ ਹੈ, ਉਹਨਾਂ ਨੂੰ ਦੱਸਣਾ ਹੀ ਪੈਂਦਾ ਆਪਣੇ ਕਲਾਇੰਟ ਨੂੰ ਜੀ। ਤਾਂ ਉਹਨਾਂ ਨੇ ਇਹ ਦੱਸਤਾ ਵੀ ਜਿਹੜੀ ਤੁਸੀਂ ਸੋਚਦੇ ਸੀ ਵੀ ਉਹਨਾਂ ਦੀ ਇਕਨੋਮੀ ਕਲੈਪਸ ਹੋ ਜਾਣੀ ਆ, ਖਤਮ ਹੋ ਜਾਣੀ ਆ, ਇਹ ਕੁਝ ਨਹੀਂ ਹੋਇਆ, ਅੱਗੇ ਨਾ ਉਹ ਤਕੜੀ ਹੋ ਗਈ ਆ। ਜੀ ਬਿਲਕੁਲ ਡਾਕਟਰ ਸਾਹਿਬ, ਉਹਨਾਂ ਦੀ ਇਕਨੋਮੀ ਤਕੜੀ ਹੋ ਗਈ ਆ, ਰੂਬਲ ਵੀ ਇੰਨਾ ਜ਼ਿਆਦਾ ਸਟਰੋਂਗ ਹੋ ਚੁੱਕਿਆ। ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਇੱਕ ਸਰਵੇ ਸਾਹਮਣੇ ਆਇਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਉੱਪਰ ਕੇ ਆਈ ਹੈ ਕਿ 27 ਵਿੱਚੋਂ 26 ਦੇਸ਼ਾਂ ਦੇ ਜਿਹੜੇ ਨਾਗਰਿਕ ਆ ਉਹ ਮੰਨਦੇ ਆ ਕਿ ਜਿਹੜਾ ਇਨਫਲੇਸ਼ਨ ਹੈਗਾ ਇਹ ਨੰਬਰ 1 ਇਸ਼ੂ ਆ ਤੇ ਬਹੁਤ ਜ਼ਿਆਦਾ ਚਿੰਤਾ ਵਾਲਾ ਇਸ਼ੂ ਆ। ਇਸ ਰਿਪੋਰਟ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜੇ ਤੁਸੀਂ ਇਹ ਦੇਖਦੇ ਆ ਕਿ ਸਾਡੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਪੋਲੈਂਡ ਦੇ ਵਿੱਚ ਇਹਨਾਂ ਨੇ ਇੰਨਾ ਰੌਲਾ ਪਾਇਆ ਯੂਕਰੇਨ ਦਾ, ਰਸ਼ੀਆ ਦਾ। ਲੋਕੀ ਯੂਕਰੇਨ ਤਾਂ ਜਾਂਦੇ ਨੇ, ਲੋਕੀ ਉੱਥੇ ਰਸ਼ੀਆ ਨਹੀਂ ਜਾ ਕੇ ਦੇ, ਪਰ ਗਰੋਸਰੀ ਜ਼ਰੂਰ ਲੈਣ ਜਾਂਦੇ ਆ। ਹਾਂਜੀ, ਸੋ ਵੀਕਐਂਡ ਤੇ ਜਦੋਂ ਜਾਂਦੇ ਨਾ ਉਦੋਂ ਦੇਖਦੇ ਕਿ ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਕੀਮਤਾਂ ਹੋਈਆਂ ਜੀ। ਸੋ ਨੰਬਰ 1 ਕੰਸਰਨ ਕੀ ਹੋਣਾ, ਕਿਉਂਕਿ ਜੇ ਤੁਸੀਂ ਸੇਫ ਵਿੱਚ ਬੜੇ ਆ ਜਾਂ ਕਾਸਟਕੋ ਦੇ ਵਿੱਚ ਬੜੇ ਆ, ਉੱਥੇ ਤੁਹਾਡੇ ਰਸ਼ੀਆ ਵਾਲਿਆਂ ਦੀ ਮਿਸਲ ਤਾਂ ਲੱਗੀ ਨਹੀਂ ਜੀ। ਮਿਸਲ ਤਾਂ ਉਹਨਾਂ ਦੀ ਲੱਗੀ ਨਾ ਜਦੋਂ ਉਹਨੂੰ ਪੁੱਛਦੇ ਆ ਵੀ ਕਿੰਨੇ ਪੈਸੇ ਦੇਣੇ ਆ। ਹਾਂਜੀ, ਉਦੋਂ ਉਹਨਾਂ ਨੂੰ ਚੇਤਾ ਆਉਂਦਾ ਵੀ ਇਨਫਲੇਸ਼ਨ ਜਿਹੜਾ ਨੰਬਰ 1 ਇਸ਼ੂ ਆ ਜੀ। ਇੱਕ ਫ੍ਰੈਂਚ ਐਨਲਾਈਟਨਮੈਂਟ ਦਾ ਫਿਲਾਸਫਰ ਹੁੰਦਾ ਸੀ, ਉਹ ਕੈਥੋਲਿਕ ਧਰਮ ਦੇ ਖਿਲਾਫ ਬਹੁਤ ਲਿਖਦਾ ਹੁੰਦਾ ਸੀ, ਕਿਉਂਕਿ ਕੈਥੋਲਿਕ ਧਰਮ ਨੇ ਇੱਕ ਜ਼ਮਾਨਾ ਹੁੰਦਾ ਸੀ ਇਹਨਾਂ ਦਾ ਇੰਨਾ ਜਕੜ ਹੁੰਦਾ ਸੀ, ਜੋ ਕੁਝ ਮਰਜ਼ੀ ਕਰਾਉਂਦੇ ਸੀ ਉੱਥੇ। ਤੇ ਉਹਨੂੰ ਉਹਦੇ ਯਾਰ ਦੋਸਤ ਇਕੱਠੇ ਕਹਿਣ ਲੱਗੇ ਕਿ ਯਾਰ ਤੂੰ ਲਿਖਦਾ ਰਹਿਣਾ, ਲੋਕਾਂ ਦਾ ਵਿਸ਼ਵਾਸ ਬਹੁਤ ਹੁੰਦਾ ਹੈ ਧਰਮ ਦੇ ਵਿੱਚ ਜੀ, ਤੇ ਉਹਨਾਂ ਨੇ ਤੇਰੇ ਖਿਲਾਫ ਹੋ ਜਾਣਾ। ਉਹ ਕਹਿੰਦਾ ਮੈਂ ਲੋਕਾਂ ਦੇ ਲਿਖਦਾ ਬਈ ਇਹਨਾਂ ਨੇ ਰੋਟੀ ਵੀ ਖਾਣੀ ਆ, ਇਹਨਾਂ ਨੇ ਕੱਪੜੇ ਵੀ ਲੈਣੇ, ਇਹਨਾਂ ਘਰਾਂ 'ਚ ਵੀ ਰਹਿਣਾ, ਨੌਕਰੀਆਂ ਵੀ ਕਰਨੀਆਂ। ਕਹਿੰਦਾ ਤੁਸੀਂ ਕਹਿੰਦੇ ਆ ਵੀ ਇਹ ਧਾਰਮਿਕ ਬਹੁਤ ਹੈ ਨਾ, ਇਹਨਾਂ ਲੋਕਾਂ ਨੂੰ ਕਹਿੰਦਾ 2 ਦਿਨ ਰੋਟੀ ਨਾ ਦਿਓ, ਤੀਜੇ ਦਿਨ ਪੁੱਛੋ ਰੱਬ ਕੌਣ ਹੁੰਦਾ ਜੀ। ਕਹਿੰਦਾ ਲੈ ਤਾਂ ਕੋਈ ਰੱਬ ਦਾ ਨਾਂ ਲੈ ਜਾਵੇ। ਕਹਿੰਦਾ ਸਭ ਤੋਂ ਪਹਿਲਾਂ ਇਹਨਾਂ ਦੇ ਮੂੰਹ 'ਚ ਸ਼ਬਦ ਨਿਕਲੂਗਾ ਬ੍ਰੈਡ ਜੀ। ਭੁੱਖਾ ਰਵੇ 48 ਘੰਟੇ ਨਾ, ਉਹ ਦੇਖਦਾ ਵੀ ਕਿਸੇ ਚੀਜ਼ ਨੂੰ ਜੀਭ ਮਾਰਾਂ, ਪੇਟ ਨੇ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਡਾਕਟਰ ਸਾਹਿਬ। ਸੋ ਇਹਨਾਂ ਜਿਹੜਾ ਐਪੀਸੋਡ ਦਾ ਪੋਲ ਹੈ, ਇਹਨੇ ਇਹ ਸਾਬਤ ਕੀਤਾ ਹੈ ਕਿ ਲੋਕੀ ਇਹ ਹੀ ਦੇਖਦੇ ਆ ਕਿ ਇਨਫਲੇਸ਼ਨ ਜਿਹੜੀਆਂ ਕੀਮਤਾਂ ਵੱਧ ਰਹੀਆਂ ਹੈ, ਨੰਬਰ 1 ਇਸ਼ੂ ਸਾਡੇ ਲਈ ਇਹ ਆ। ਹਾਂਜੀ, ਰਸ਼ੀਆ ਵਾਲਿਆਂ ਦਾ, ਯੂਕਰੇਨ ਵਾਲਿਆਂ ਦਾ ਕੀ ਹੁੰਦਾ ਆ, ਇਹ ਦੂਰ ਦੀ ਗੱਲ ਹੈ ਜੀ। ਜਾਂ ਤਾਂ ਤੁਹਾਡੇ ਤੇ ਗੋਲੀਆਂ ਪੈਂਦੀਆਂ ਹੋਣ, ਤੁਹਾਡੇ ਤੇ ਬੰਬ ਡਿੱਗਦੇ ਹੋਣ, ਤੁਹਾਡੇ ਤੇ ਮਿਸਲ ਡਿੱਗਦੀਆਂ ਹੋਣ, ਪਰ ਉਹ ਤਾਂ ਦੂਰ ਡਿੱਗਦੀਆਂ ਨਾ, ਇੱਥੇ ਤਾਂ ਡਿੱਗਦੀ ਜਿਹੜੇ ਬਿੱਲ ਡਿੱਗਦੇ ਆ ਸਾਡੇ। ਹਾਂਜੀ, ਜੋ ਤੁਸੀਂ ਬਾਹਰ ਜਾਂਦੇ ਆ ਮੇਲ ਚੈੱਕ ਕਰਨ ਜਾਂ ਬਿੱਲ ਹੀ ਆਏ ਹੁੰਦੇ, ਹੋਰ ਕੁਝ ਨਹੀਂ ਆਇਆ। ਤੇ ਵੈਸੇ ਵੀ ਕੀਮਤਾਂ ਸਾਰੀਆਂ ਡਬਲ ਹੋਈਆਂ ਹੁੰਦੀਆਂ ਪਹਿਲਾਂ, ਹਰ ਇੱਕ ਚੀਜ਼ ਡਬਲ ਹੋਈ ਆ। ਹੁਣ ਤੁਸੀਂ ਗੈਸ ਸਟੇਸ਼ਨ ਤੇ ਜਾ ਖੜ ਕੇ ਦੇਖ ਲਓ ਜੀ, ਕੱਲ ਕੋਈ 2.37 ਨੂੰ ਸੀ ਸ਼ਾਇਦ। ਹਾਂਜੀ, ਤੇ ਵੀਕਐਂਡ ਤਾਈਂ ਇਹ 2.40 ਤੋਂ ਵੱਧ ਜਾਣਾ, ਦੇਖ ਲਓ ਜੀ। ਇਹਨੇ ਵੀ ਸਾਰੇ ਰੈਕੋਰਡ ਤੋੜ ਦਿੱਤੇ। ਗੈਸ ਪ੍ਰਾਈਸਿਸ ਜਿਹੜੀਆਂ ਹੈਗੀਆਂ ਨੇ ਦਿਨੋਂ ਦਿਨ ਅਪ ਐਂਡ ਅਪ ਜਾ ਰਹੀਆਂ ਨੇ। ਸੋ ਜਦੋਂ ਤੁਸੀਂ ਗੈਸ ਪਾਉਣ ਲੱਗਦੇ ਤੁਸੀਂ ਕੀ ਸੋਚਦੇ ਆ, ਚਲੋ ਗੈਸ ਤਾਂ ਛੱਡੋ ਪਰੇ, ਹੁਣ ਯੂਕਰੇਨ ਦਾ ਕੀ ਹਾਲ ਹੋਊਗਾ, ਕਦੇ ਨਹੀਂ ਏਦਾਂ ਕੋਈ ਬੰਦਾ ਸੋਚਦਾ। ਡਾਕਟਰ ਸਾਹਿਬ ਹੌਰਗਨ ਸਾਹਿਬ ਨੇ ਦੇਖੋ ਕੀ ਕਿਹਾ, ਕਹਿੰਦੇ ਵੀ ਜੇ ਗੈਸ ਪ੍ਰਾਈਸਿਸ ਅਪ ਜਾ ਰਹੀਆਂ ਨੇ, ਤੁਸੀਂ ਪਹਿਲਾਂ ਸੋਚੋ ਵੀ ਤੁਹਾਨੂੰ ਕਾਰ ਚਲਾ ਕੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਤੁਹਾਨੂੰ ਕਾਰ ਚਲਾਉਣੀ ਚਾਹੀਦੀ ਆ ਜਾਂ ਨਹੀਂ ਚਲਾਉਣੀ ਚਾਹੀਦੀ। ਇਹ ਜੌਨ ਹੌਰਗਨ ਉਦੋਂ ਦੀਆਂ ਗੱਲਾਂ ਕਰਨ ਲੱਗ ਪਿਆ ਨਾ, ਜਿੱਦਾਂ ਕੁਈਨ ਕਹਿੰਦੀ ਸੀ ਪੈਰਿਸ ਦੇ ਵਿੱਚ, ਉਹ ਕਹਿੰਦੀ ਜੇ ਲੋਕਾਂ ਤੋਂ ਬ੍ਰੈਡ ਹੈ ਨਹੀਂ ਤਾਂ ਫੇਰ ਇਹ ਕੇਕ ਖਾਣ। ਹਾਂਜੀ, ਬਿਲਕੁਲ ਇਹੋ ਜਿਹੀਆਂ ਗੱਲਾਂ ਕਰਦੇ ਆ, ਏਦਾਂ ਦੀਆਂ ਹੋ ਗਈਆਂ ਨੇ ਜੀ। ਲੋਕੀ ਮਜਬੂਰੀ ਨਾਲ ਚਲਾਉਂਦੇ ਆ ਜੀ।
ਆਪਣੇ ਇਹ ਤੁਸੀਂ ਦੇਖਿਆ ਕਦੇ ਕੋਈ ਚੱਲ ਅੱਜ ਧੁੱਪ ਨਿਕਲੀ ਆ ਮੈਂ ਗੇੜਾ ਕੱਢ ਕੇ ਆਵਾਂ 200 ਕਿਲੋਮੀਟਰ, ਕੋਈ ਨਹੀਂ ਜਾਂਦਾ। ਵੈਸੇ ਡਾਕਟਰ ਸਾਹਿਬ ਇਹ ਇੱਕ ਝਾਤ ਮਾਰਨ ਆਪਣੇ ਅੰਦਰ, ਇਹਨਾਂ ਦੇ ਕਿਹੜੇ ਐਮਐਲਏ ਜਾਂਦੇ ਹੈਗੇ ਆ, ਆਪਣਾ ਪਬਲਿਕ ਟਰਾਂਜ਼ਿਟ ਵੀ ਈਵਨ ਯੂਜ਼ ਕਰਦੇ ਆ, ਕੋਈ ਨਹੀਂ ਜਾਂਦਾ। ਇਹਨਾਂ ਨੂੰ ਤੇ ਗੱਡੀਆਂ ਚਾਹੀਦੀਆਂ, ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਪਹਿਲਾਂ ਸੋਚੋ ਵੀ ਜ਼ਰੂਰਤ ਹੈਗੀ ਹੈ ਕਿ ਨਹੀਂ। ਹੁਣ ਦੇਖੋ ਲੋਕਾਂ ਨੇ ਬੱਚਿਆਂ ਨੂੰ ਸਕੂਲ ਛੱਡਣਾ, ਆਪਣੇ ਕੰਮ ਤੇ ਜਾਣਾ, ਹੋਰ ਵੀ ਸਾਰੇ ਕੰਮ ਕਰਨੇ ਆ, ਉਹ ਹੁਣ ਇਹ ਪਹਿਲਾਂ ਬੈਠ ਕੇ ਸੋਚਣ ਵੀ ਅੱਜ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਸਰੀ ਚੋਂ ਜਿਹਨਾਂ ਚੋਣ ਨੇ ਹਰਨਾ ਉਹਨਾਂ ਨੂੰ ਫਿਕਰ ਪੈ ਜਾਣਾ। ਹਾਂਜੀ 4 ਸੀਟਾਂ ਹਾਰਨੀਆਂ ਅਗਲੀਆਂ ਨੂੰ ਇਹਨਾਂ ਨੇ। ਜੀ ਬਿਲਕੁਲ ਡਾਕਟਰ ਸਾਹਿਬ ਜੀ। ਡਾਕਟਰ ਸਾਹਿਬ ਰੁੱਖ ਕਰਦੇ ਜੀ ਹੁਣ ਅਗਲੀ ਖਬਰ ਵੱਲ। ਇਸ ਖਬਰ ਦਾ ਸਬੰਧ ਹੈਗਾ ਜੀ ਯੂਐਸ ਦੇ ਨਾਲ। ਯੂਐਸ ਡਿਪਾਰਟਮੈਂਟ ਆਫ ਇੰਟੀਰੀਅਰ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਫੈਡਰਲ ਬੋਰਡਿੰਗ ਸਕੂਲਸ ਹੈਗੇ ਆ 500 ਬੱਚੇ ਜਿਹੜੇ ਹੈਗੇ ਆ ਉੱਥੇ ਉਹਨਾਂ ਦੀ ਮੌਤ ਹੋਈ ਆ। ਇਹ ਤਾਂ ਹਜੇ ਸਟਾਰਟਿੰਗ ਆ ਮੈਨੂੰ ਲੱਗਦਾ ਡਾਕਟਰ ਸਾਹਿਬ, ਜਿੱਦਾਂ ਹੌਲੀ ਹੌਲੀ ਡਿਗਿੰਗ ਹੁੰਦੀ ਆ ਅੱਗੇ ਅੱਗੇ ਪਤਾ ਨਹੀਂ ਹੋਰ ਕਿੰਨੇ ਅਹਿਮ ਖੁਲਾਸੇ ਹੁੰਦੇ ਆ। ਵਾਕਿਆ ਜਿੱਦਾਂ ਕੈਨੇਡਾ ਦੇ ਵਿੱਚ ਵੀ ਤਾਂ ਇੱਕ ਜਗ੍ਹਾ ਤੋਂ ਪਹਿਲਾਂ ਲੱਭੇ ਸੀ। ਹਾਂਜੀ ਫੇਰ ਸ਼ੁਰੂ ਕੀਤੇ ਇਹਨਾਂ ਨੇ ਕਿ ਆਲਾ ਦੁਆਲਾ ਦੇਖੋ ਕਿ ਕਿੰਨੇ ਬੱਚੇ ਅਜੇ ਹੋਰ ਦਬੇ ਪਏ ਆ ਜੀ। ਹੁਣ ਦੇਖ ਲਓ ਸਾਡੇ 100 ਤੋਂ 200 400 800 1000 ਉਹ ਵਧੀ ਜਾਂਦੇ ਆ। ਹਾਂਜੀ ਅਜੇ ਹਾਲੇ ਖਤਮ ਨਹੀਂ ਹੋਏ ਕੈਨੇਡਾ ਦੇ ਵਿੱਚ ਵੀ, ਤੇ ਇਸੇ ਤਰ੍ਹਾਂ ਯੂਐਸ ਦੇ ਵਿੱਚ ਆ ਸ਼ੁਰੂ ਹੀ ਹੋਇਆ ਹੈ। ਹਾਂਜੀ ਜੋ ਪਾਲਿਸੀਜ਼ ਕੈਨੇਡਾ ਦੇ ਵਿੱਚ ਸੀ ਨੇਟਿਵਜ਼ ਲਈ ਉਦੋਂ ਵੱਧ ਖਤਰਨਾਕ ਯੂਐਸ ਦੇ ਵਿੱਚ ਸੀ। ਹਾਂਜੀ ਜੇ ਪੁਰਾਣੀਆਂ ਫਿਲਮਾਂ ਵੀ ਦੇਖਦੇ ਆ ਤੁਸੀਂ ਹਾਲੀਵੁੱਡ ਦੀਆਂ ਤਾਂ ਉਹਨਾਂ ਦੇ ਵਿੱਚ ਹੁੰਦਾ ਸੀ ਕਿ ਹੀਰੋ ਉਹ ਆ ਗੋਰਾ ਜਿਹੜਾ ਨੇਟਿਵਜ਼ ਨੂੰ ਮਾਰਦਾ ਹੈ। ਜੌਨ ਵੇਨ ਇੱਕ ਇਹਨਾਂ ਦਾ ਬਹੁਤ ਮਸ਼ਹੂਰ ਐਕਟਰ ਹੋਇਆ, ਉਹਦੀਆਂ ਸਾਰੀਆਂ ਮੂਵੀਜ਼ ਤਕਰੀਬਨ ਇਹੀ ਆ ਵੀ ਨੇਟਿਵ ਇੰਡੀਅਨ ਨੂੰ ਮਾਰਦਾ। ਨੇਟਿਵਸ ਦੇ ਨਾਲ ਤਾਂ ਬਹੁਤ ਬੁਰਾ ਸਲੂਕ ਕੀਤਾ, ਅਣਮਨੁੱਖੀ ਵਤੀਰਾ ਉਹਨਾਂ ਨੂੰ ਵਿਚਾਰਿਆਂ ਨੂੰ ਝੱਲਣਾ ਪਿਆ। ਹੁਣ ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਲੈਕਚਰ ਦਿੰਦੇ ਫਿਰਦੇ ਆ ਮਨੁੱਖੀ ਅਧਿਕਾਰਾਂ ਦਾ। ਹਾਂਜੀ ਤੁਸੀਂ ਕਦੇ ਕਦਰ ਕੀਤੀ ਹੈ? ਆਪਣੀ ਪੀੜ੍ਹੀ ਹੇਠ ਤਾਂ ਸੋਟਾ ਨਹੀਂ ਫੇਰਦੇ। ਉਹ ਇਹਦਾ ਦੂਸਰਿਆਂ ਨੂੰ ਦੱਸਣ ਦੀ ਗੱਲ ਠੀਕ ਹੈ, ਅਸੀਂ ਆਪਣੇ ਆਪ ਤੇ ਅਮਲ ਨਹੀਂ ਕਰਦੇ। ਦੂਜਿਆਂ ਨੂੰ ਤਾਂ ਲੈਕਚਰ ਦੇਣਾ ਡਾਕਟਰ ਸਾਹਿਬ ਸੌਖਾ ਹੁੰਦਾ ਜੇ ਉਹ ਬੰਦਾ ਆਪਣੇ ਆਪ ਤੇ ਅਪਲਾਈ ਕਰਕੇ ਦੇਖੇ ਕਿ ਤੁਸੀਂ ਆਪਣੇ ਆਪ ਤੇ ਅਪਲਾਈ ਕਰਦੇ ਹੋ ਉਸ ਚੀਜ਼ ਨੂੰ। ਇਹ ਤਾਂ ਜਿਹੜਾ ਕੌੜਾ ਸੱਚ ਹੈਗਾ ਵੀ ਜਿਹੜਾ ਬੱਚਿਆਂ ਦੇ ਨਾਲ ਇੰਨਾ ਮਾੜਾ ਵਤੀਰਾ। ਹੁਣ ਦੇਖੋ ਕੈਨੇਡਾ ਦੇ ਵਿੱਚ ਕਿੰਨੀਆਂ ਸਾਰੀਆਂ ਰਿਪੋਰਟਸ ਆਈਆਂ, ਉਹਦੇ ਤੋਂ ਬਾਅਦ ਦੇਖੋ ਸੌਰੀ ਮੰਗਦੇ ਆ। ਹੁਣ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ, ਤੁਸੀਂ ਦੱਸੋ ਕਿ ਤੁਹਾਡੀ ਜਿਹੜੀ ਸੌਰੀ ਹੈ ਇੱਥੇ ਕੀ ਕਰੂਗੀ? ਸੌਰੀ ਨਾਲ ਇਹਨਾਂ ਦੀਆਂ ਦੋਏ ਜੇਬਾਂ ਭਰੀਆਂ ਪਈਆਂ ਜੀ। ਬਿਲਕੁਲ ਹਰ ਇੱਕ ਚੀਜ਼ ਤੇ ਸੌਰੀ ਕਹਿੰਦੇ ਤੇ ਸਿਆਸਤ ਕਰਦੇ ਆ। ਸਿਆਸਤ ਕਰਦੇ ਦੂਸਰੇ ਦਿਨ ਜਾ ਕੇ ਭੁੱਲ ਜਾਂਦੇ ਆ। ਹਾਂਜੀ ਦੇਖਿਆ ਨਹੀਂ ਪ੍ਰਾਈਮ ਮਿਨਿਸਟਰ ਸਾਡੇ ਇੱਕ ਪਾਸੇ ਸੌਰੀ ਕਹਿ ਰਹੇ ਸੀ, ਦੂਸਰੇ ਪਾਸੇ ਟਫੀਨੋ ਦੇ ਵਿੱਚ ਮਜ਼ੇ ਲੈ ਰਹੇ ਸੀ ਜੀ। ਉਹ ਸੌਰੀ ਕਹਿਣ ਲਈ ਤਾਂ 5 ਮਿੰਟ ਹੁੰਦੇ ਆ, ਬਾਕੀ ਦਾ ਸਾਰਾ ਦਿਨ ਆਨੰਦ ਮਾਣ ਲਈ ਜੀ। ਤੇ ਇਸੇ ਤਰ੍ਹਾਂ ਯੂਐਸ ਦੇ ਵਿੱਚ ਹੁਣ ਉਹਨੂੰ ਜੋ ਬਾਈਡਨ ਨੂੰ ਵੈਸੇ ਫਿਕਰ ਪਿਆ ਹੈ, ਅੱਗੇ ਹੀ ਪਾਪੂਲਰਿਟੀ ਤਾਂ ਥੱਲੇ ਜਾਈ ਜਾਂਦੀ ਹੈ, ਹੁਣ ਜੇ 4 ਵੋਟਾਂ ਰਹਿੰਦੀਆਂ ਇਹ ਵੀ ਜਾਂਦੀਆਂ ਲੱਗਣੀਆਂ। ਹਾਂਜੀ ਬਿਲਕੁਲ ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਇੱਕ ਨਵੀਂ ਰਿਪੋਰਟ ਆਈ ਆ, ਤੁਸੀਂ ਦੇਖੋ ਵੀ ਵਿਤਕਰੇ ਦੀ ਵੀ ਹੱਦ ਆ ਕਿ ਜਿਹੜੇ ਕਾਲੇ ਲੋਕ ਆ ਨਾ ਉਹਨਾਂ ਨੂੰ ਸੌਣਾ ਵੀ ਨਸੀਬ ਨਹੀਂ ਹੁੰਦਾ ਜੀ। ਦੇਖੋ ਇਹਦੇ ਪਿੱਛੇ ਕਈ ਹੋਰ ਫਿਗਰਸ ਛੁਪੀਆਂ ਹੋਈਆਂ ਨੇ। ਇਹਦਾ ਮਤਲਬ ਜੇ ਉਹਨਾਂ ਦੀ ਨੀਂਦ ਘੱਟ ਆਉਂਦੀ ਆ, ਉਹਨਾਂ ਨੂੰ ਜਿੰਨੀ ਚਾਹੀਦੀ ਆ, ਵੈਸੇ ਉਹਨਾਂ ਨੂੰ ਕਹਿੰਦੇ ਆ ਕਿ 12% ਘੱਟ ਨੀਂਦ ਆ ਗੋਰਿਆਂ ਨਾਲੋਂ। ਹਾਂਜੀ ਇਹਦਾ ਮਤਲਬ ਉਹ ਪਹਿਲੀ ਗੱਲ ਤਾਂ ਘੱਟ ਉਜਰਤ ਵਾਲੀਆਂ ਜੌਬਸ ਤੇ ਕੰਮ ਕਰਦੇ ਆ। ਹਾਂਜੀ ਫਿਰ ਉੱਥੇ ਲੰਬਾ ਸਮਾਂ ਕਰਨਾ ਪੈਂਦਾ ਹੋਣਾ, ਜਿਹੜੇ ਉੱਥੇ ਕੰਮ ਤੇ ਬੈਠੇ ਰਹਿੰਦੇ ਆ ਜੀ। ਤੇ ਸੌਣ ਲਈ ਜਦੋਂ ਘਰ ਆਉਂਦੇ ਉਹਨਾਂ ਦੇ ਕੋਲ ਸਮਾਂ ਇੰਨਾ ਨਹੀਂ ਹੁੰਦਾ ਹਾਂਜੀ ਜਿੰਨਾ ਸੌਣਾ ਚਾਹੀਦਾ। ਜਿਹੜਾ ਬੰਦਾ ਥੱਕਿਆ ਹੁੰਦਾ ਉਹਨੂੰ ਨੀਂਦ ਆਉਂਦੀ ਹੈ ਵੈਸੇ ਜੀ। ਹੁਣ ਤੁਸੀਂ ਦੇਖੋ ਫਾਰਮਾਸੇਵ ਦੇ ਜਾ ਕੇ ਦੇਖ ਲਓ, ਇੱਥੇ ਸ਼ਾਪਰਸ ਡਰੱਗ ਦੀ ਮਾਰਟ ਤੇ ਜਾ ਕੇ ਦੇਖ ਲਓ, ਇੱਕ ਪੂਰਾ ਦਾ ਪੂਰਾ ਆਇਲ ਭਰਿਆ ਪਿਆ ਕਿ ਨੀਂਦ ਆਉਣ ਵਾਲੀਆਂ ਗੋਲੀਆਂ। ਦੇਖੋ ਇੱਕ ਪਾਸੇ ਤਾਂ ਲੋਕ ਹੈਗੇ ਆ ਵੀ ਜਿਹੜੇ ਗੋਲੀਆਂ ਖਾਂਦੇ ਆ ਨੀਂਦ ਆਉਣ ਨੂੰ, ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਇੱਕ ਪਾਸੇ ਜਿਨ੍ਹਾਂ ਨੂੰ ਨੀਂਦ ਆਉਂਦੀ ਉਹਨਾਂ ਦੇ ਕੋਲ ਸਮਾਂ ਹੀ ਹੈ ਨਹੀਂ, ਉਹਨਾਂ ਕੋਲ ਸਮਾਂ ਹੈ ਨਹੀਂ ਤੇ ਸੌ ਨਹੀਂ ਸਕਦੇ। ਤੇ ਕਿੰਨੀ ਦਰਦਨਾਕ ਗੱਲ ਆ ਵੀ ਕੋਈ ਬੰਦੇ ਕੋਲੇ ਸੌਣ ਲਈ ਸਮਾਂ ਨਹੀਂ ਹੈ ਨਾ, ਮਜਬੂਰੀ ਆ ਵੀ ਕੰਮ ਕਰਨਾ ਪੈਣਾ ਤੇ ਨੀਂਦ ਪੂਰੀ ਹੋਣੀ ਨਹੀਂ ਹੁੰਦੀ। ਤੇ ਜਿਨ੍ਹਾਂ ਦੀ ਨੀਂਦ ਪੂਰੀ ਹੁੰਦੀ ਆ ਉਹਨਾਂ ਨੂੰ ਗੋਲੀਆਂ ਖਾਣੀਆਂ ਪੈਂਦੀਆਂ। ਹਾਂਜੀ ਕਿਉਂਕਿ ਉਹ ਥੱਕਦੇ ਨਹੀਂ ਜੀ। ਸਰੀਰ ਜੇ ਥੱਕੂਗਾ
ਤਾਂ ਫੇਰ ਤਾਂ ਕਹਿੰਦੇ ਹੁੰਦੇ ਕੰਡਿਆਂ ਤੇ ਵੀ ਨੀਂਦ ਆ ਜਾਂਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ। ਤਾਂ ਜਿਹਦਾ ਥੱਕਿਆ ਨਹੀਂ ਸਰੀਰ ਉਹਨੂੰ ਫੁੱਲਾਂ ਤੇ ਵੀ ਨੀਂਦ ਨਹੀਂ ਆਉਣੀ ਜੀ, ਜਿੱਦਾਂ ਮਰਜ਼ੀ ਕਰ ਲਵੇ। ਹਾਂਜੀ। ਸਭ ਤੋਂ ਵੱਡੀ ਇੰਡਸਟਰੀ ਆ ਹੁਣ ਜਿਹੜੀ ਨੀਂਦ ਵਾਲੀਆਂ ਗੋਲੀਆਂ ਬਣਾਉਂਦੇ ਆ। ਹਾਂਜੀ। ਫਾਰਮਾਸਿਊਟੀਕਲ ਕੰਪਨੀ ਵਾਲੇ ਜਿਹੜੇ ਪਹਿਲਾਂ ਸਿਰ ਦਰਦ ਦੀਆਂ ਜਾਂ ਦਰਦ ਤੋਂ ਗੋਲੀਆਂ ਬਣਾਉਂਦੇ ਹੁੰਦੇ ਸੀ ਨਾ, ਉਹਨਾਂ ਨੇ ਹੁਣ ਸਾਰਿਆਂ ਨੇ ਰਾਤ ਨੂੰ ਨੀਂਦ ਆਉਣ ਦੀਆਂ ਗੋਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਜੀ। ਇਸ ਕਰਕੇ ਕਿ ਉਹਨਾਂ ਨੂੰ ਪਤਾ ਲੱਗਾ ਕਿ ਇਹ ਮਾਰਕੀਟ ਵੱਡੀ ਆ। ਹਾਂਜੀ। ਸੋ ਇੱਕ ਪਾਸੇ ਉਹ ਲੋਕ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਦੂਜੇ ਪਾਸੇ ਉਹ ਵਿਚਾਰੇ ਕਾਲਿਆਂ 'ਚ ਖਾਸ ਤੌਰ ਤੇ ਕਾਲਿਆਂ ਦੇ ਨੰਬਰ ਜ਼ਿਆਦਾ ਆ ਜਿਨ੍ਹਾਂ ਨੂੰ ਨੀਂਦ ਆਉਂਦੀ ਆ ਪਰ ਸੌਣ ਲਈ ਸਮਾਂ ਹੀ ਹੈ ਨਹੀਂ। ਦੇਖੋ ਕਾਲਿਆਂ ਨਾਲ ਹਰ ਪਾਸੇ ਵਿਤਕਰਾ ਹੁੰਦਾ, ਨੀਂਦ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖ ਲਓ, ਹੈ ਨਾ। ਤੇ ਜੀ ਡਾਕਟਰ ਸਾਹਿਬ ਹੁਣ ਸਮਾਂ ਹੋ ਚੁੱਕਿਆ ਜੀ 8:55 ਦਾ। ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਵਿਚਾਰ ਦਿਓ ਅੱਜ। ਜੀ ਬਿਲਕੁਲ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ ਟੁੱਟਿਆ ਹੱਥ ਕੰਮ ਕਰ ਸਕਦਾ ਪਰ ਟੁੱਟਿਆ ਦਿਲ ਕੰਮ ਨਹੀਂ ਕਰਦਾ। ਗੱਲ ਠੀਕ ਹੈ। ਇਸੇ ਨਾਲ ਇਸੇ ਨੋਟ ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਸਟੂਡੀਓ ਦਾ ਨੰਬਰ ਹੈ 6045929191 6045929191। ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਫੇਸਬੁੱਕ, ਟਵਿੱਟਰ ਐਂਡ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਈਮੇਲ ਵੀ ਤੁਸੀਂ ਸਾਨੂੰ ਲਿਖ ਸਕਦੇ ਹੋ info@radioindia.ca ਤੇ info@radioindia.ca। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ।